ਤੇ 3 ਭਾਈ ਸੀ है ना, एक भैन 3 भाई हाँ। ਜ਼ਮੀਨ ਥੋੜ੍ਹੀ ਆਉਂਦੀ ਸੀ, ਇਹੀ ਹੁੰਦਾ ਵੀ ਚਲੋ ਬਾਹਰ ਜਾਵਾਂਗੇ, ਪੈਸੇ ਕਮਾਵਾਂਗੇ। ਅੱਜ ਤੋਂ ਸਮਝ ਲਓ ਵੀ 20 ਸਾਲ ਹੋ ਗਏ, 20 ਚੱਲਦਾ ਨਾ। ਤੇ ਉਦੋਂ 3 ਲੱਖ ਰੁਪਈਆ ਚੱਲਦਾ ਹੁੰਦਾ ਸੀ। ਅਸੀਂ ਉਦੋਂ ਏਜੰਟ ਨੂੰ 3 ਲੱਖ ਰੁਪਈਆ ਦਿੱਤਾ ਸੀ ਯੂਰਪ ਵਾਸਤੇ। ਕੋਈ ਵੀਜ਼ਾ ਨਹੀਂ ਲੱਗਾ, ਕੋਈ ਕੁਛ ਨਹੀਂ ਲੱਗਾ। ਉੱਥੇ ਦਾ ਵੀਜ਼ਾ ਲਵਾ ਕੇ ਉੱਥੇ ਹੀ ਘੁਮਾਉਂਦਾ ਰਿਹਾ, ਇੱਧਰ ਨੂੰ ਚੱਲ ਜਾਵਾਂਗੇ, ਐਂ ਨੂੰ ਕਰ ਲਾਂਗੇ, ਪਰ ਕੁਛ ਵੀ ਨਹੀਂ। ਪੈਸੇ ਉਹਨੂੰ ਅਸੀਂ ਪਹਿਲੇ ਦੇ ਬੈਠੇ ਸੀ ਸਾਰੇ। ਗਿਆ ਵੀ ਭਾਈ ਸਾਡੀ ਗੱਲ ਤੇਰੀ ਹੋਈ ਸੀ ਥੋੜ੍ਹੇ ਟਾਈਮ ਦੀ, ਹੈ ਨਾ, ਵੀ ਸਾਨੂੰ 1.5 ਸਾਲ ਹੋ ਗਿਆ ਇੱਥੇ ਘੁੰਮਦਿਆਂ ਨੂੰ, ਹੈ ਨਾ। ਕਿਤੇ ਤੂੰ ਕੀਨੀਆ ਲੈ ਜਾਣਾ, ਕਿਤੇ ਤੰਜਾਨੀਆ ਲੈ ਜਾਂਦਾ, ਅਫਰੀਕਾ ਦੇ ਵਿੱਚੇ ਪੈਂਦਾ। ਨਹੀਂ ਮੈਂ ਕਰਦਾ। ਬਾਅਦ ਵਿੱਚ ਸਾਨੂੰ ਤੋਂ ਛੱਡ ਕੇ ਹੀ ਭੱਜ ਗਿਆ, ਉਹ ਪੈਸੇ ਲੈ ਛੱਡ ਕੇ ਭੱਜ ਗਿਆ। ਇੱਕ ਚੋਰੀ ਇੰਨੀ ਆ, ਕਾਲੇ ਤੁਰੇ ਜਾਂਦਿਆਂ ਦੇ ਬਟੂਏ ਖੋਲ੍ਹਣੇ, ਜੋ ਕੋਈ ਸੀ ਗਲ ਦੇ ਵਿੱਚ ਘੜੀ ਪਾਈ ਉਹ ਖੋਲ੍ਹਣੀ ਆ, ਕੁੱਟ ਲੈਣਾ। ਜੇ ਪੈਸੇ ਨਿਕਲੇ ਤਾਂ ਛੱਡ ਦੇਣਾ, ਜੇ ਸਾਡੇ ਕੋਲ ਪੈਸੇ ਨਹੀਂ ਨਿਕਲੇ ਫਿਰ ਉਹ ਨਹੀਂ ਕੁੱਟਣਾ ਵੀ ਤੁਸੀਂ ਜੇਬ 'ਚ ਪੈਸੇ ਕਾਹਤੇ ਨਹੀਂ ਰੱਖੇ। ਤੇ ਰੋਟੀ ਪਾਣੀ ਤੁਹਾਨੂੰ ਮਿਲਦੀ ਰਹੀ? ਰੋਟੀ ਪਾਣੀ ਵਾਹਿਗੁਰੂ ਬਸ ਜੀ। ਰੋਟੀ ਪਾਣੀ ਕਿੱਥੇ, ਰੋਟੀ ਪਾਣੀ ਸਿਰਫ ਗੁਰੂ ਘਰਾਂ ਨੇ ਮਦਦ ਕੀਤੀ ਜਿੱਥੇ ਅਸੀਂ ਰਹੇ ਹਾਂ। ਫਿਰ ਸਾਨੂੰ ਬਾਈ ਰੋਡ ਸਾਊਥ ਅਫਰੀਕਾ ਲੈ ਗਿਆ, ਜੋਨਸਬਰਗ। ਜਦੋਂ ਅਸੀਂ ਬਾਰਡਰ 'ਤੇ ਪਹੁੰਚੇ, ਵੀਜ਼ਾ ਨਹੀਂ ਸੀ, ਉਹਨੇ ਫੜ ਲਿਆ। ਉੱਥੋਂ ਚੱਕ ਕੇ ਸਾਨੂੰ ਫਿਰ ਡਿਪੋਰਟ ਕਰਕੇ ਇੰਡੀਆ ਮਾਰਿਆ ਉਹਨੇ। ਕੀ ਰਿਐਕਸ਼ਨ ਰਿਹਾ ਘਰ ਦੇ ਵਿੱਚ ਜਦੋਂ ਵਾਪਸ ਡਿਪੋਰਟ ਹੋ ਕੇ ਗਏ? ਪਹਿਲਾਂ ਤਾਂ ਅਸੀਂ ਦੱਸਿਆ ਨਹੀਂ 1.5 ਮਹੀਨਾ ਘਰਦਿਆਂ ਨੂੰ। ਕਿਹੜੇ ਮੂੰਹ ਨਾਲ ਦੱਸੀਏ, ਕਿਹੜੇ ਮੂੰਹ ਨਾਲ ਅਸੀਂ ਦੱਸੀਏ ਘਰਦਿਆਂ ਨੂੰ ਵੀ ਅਸੀਂ ਡਿਪੋਰਟ ਹੋਏ? ਪੈਸੇ ਪਹਿਲਾਂ ਦੇ ਦਿੱਤੇ, ਸਾਰੇ ਪੈਸੇ ਚੱਕ ਕੇ ਦਿੱਤੇ। ਥਾਈਲੈਂਡ ਰਹੇ 6 ਮਹੀਨੇ, ਵੀਜ਼ਾ ਐਕਸਪਾਇਰ ਹੋਣ ਲੱਗ ਪਿਆ। ਫਿਰ ਮਲੇਸ਼ੀਆ ਲੈ ਗਿਆ, ਮਲੇਸ਼ੀਆ ਕੁਆਲਾਲੰਪਰ ਰਹੇ ਅਸੀਂ, ਉੱਥੇ ਰਿਹਾ ਜੀ ਥੋੜ੍ਹਾ ਟਾਈਮ, 6 ਮਹੀਨੇ। ਵੀਜ਼ਾ ਫਿਰ ਉੱਥੇ ਖਤਮ ਹੋਣ ਲੱਗਿਆ। ਫਿਰ ਸਿੰਗਾਪੁਰ ਨੂੰ ਬਾਈ ਰੋਡ ਲੈਣਾ, ਸਿੰਗਾਪੁਰ ਤੋਂ ਮਲੇਸ਼ੀਆ ਲਾਗੇ ਆਪਾਂ ਬਾਈ ਰੋਡ ਜਾ ਸਕਦੇ ਹਾਂ। ਜਿੱਦਾਂ ਨਾ ਉੱਥੇ ਇਮੀਗ੍ਰੇਸ਼ਨ ਹੁੰਦੀ ਹੈ, 3 ਮਹੀਨੇ ਤੋਂ ਵੱਧ ਆਪਾਂ ਵੀਜ਼ਾ ਨਹੀਂ ਲੈ ਸਕਦੇ, ਕਿਤੇ ਇੱਧਰ ਕਿਤੇ ਉੱਧਰ। ਪਰ ਉਹਦੇ ਵਿੱਚੋਂ ਜਦ ਨਹੀਂ ਗੱਲ ਬਣੀ, ਉੱਥੋਂ ਫਿਰ ਉਹ ਖਿਸ ਗਿਆ। ਜਦੋਂ ਅਸੀਂ ਸਿੰਗਾਪੁਰ 2 ਵਾਰੀ ਇੱਦਾਂ ਘੁੰਮੇ ਤਾਂ ਚੱਕ ਕੇ ਉਹਨੇ ਫਿਰ ਡਿਪੋਰਟ ਕਰਤਾ ਸਾਨੂੰ ਇੰਡੀਆ ਨੂੰ। ਦਿੱਲੀ ਫਿਰ ਆਉਂਦਿਆਂ ਨੂੰ ਜਦੋਂ ਡਿਪੋਰਟ ਕੀਤੀਆਂ ਨਹੀਂ, 2 ਮੋਹਰਾਂ ਦੇਖੀਆਂ, ਤੇ ਉਹਨੇ ਵੀ ਕਿਹਾ ਵੀ ਤਿਹਾੜ ਜੇਲ੍ਹ 'ਚ ਤੁਹਾਨੂੰ ਰੱਖਣਾ। ਕਿਤੇ ਪਿੱਛੇ ਮੁੜ ਜਾਣਾ, ਨਾ ਰੋਟੀ, ਜੂਆਂ ਪੈ ਗਈਆਂ ਸਾਡੇ ਸਾਰਿਆਂ ਦੇ। ਤੇ ਪੋਲੈਂਡ ਤੋਂ ਜਰਮਨ ਜਿਹਦੇ ਇੱਕ ਨਹਿਰ ਆ, ਨਹਿਰ ਦੇ ਵਿੱਚੋਂ ਉਹਨੇ ਫਿਰ ਇੱਦਾਂ ਕਰ ਰੱਸੀ ਪਾਈ ਸੀ, ਤੇ ਉਹਦੇ ਪਰ ਉਹਨੇ ਕਿਹਾ ਸੀ ਵੀ ਤੁਸੀਂ ਨਾ ਕਿਹਾ ਤਾਂ ਦੂਜੇ ਪਾਸੇ ਜਾਣਾ, ਤੇ ਪਰਲੇ ਪਾਸੇ ਜਰਮਨ ਆ। ਉਹ ਜਦੋਂ ਅਸੀਂ ਨਹਿਰ ਕ੍ਰੋਸ ਕੀਤੀ ਆ, ਹੈ ਨਾ, ਤੇ ਨਹਿਰ ਕ੍ਰੋਸ ਕੀਤੀ ਆ, ਪਰਲੇ ਪਾਸੇ ਜਰਮਨ ਵਾਲੇ ਨੇ ਫੜਿਆ, ਚੱਕ ਕੇ ਫਿਰ ਡਿਪੋਰਟ ਕਰਤਾ। ਕਿਸੇ ਵੇਲੇ ਇਹ ਵੀ ਲੱਗਦਾ ਸੀਗਾ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਮੌਤ ਆ ਜਾਣੀ, ਲੱਗਦਾ ਘਰੇ ਲਾਸ਼ ਵੀ ਨਹੀਂ ਪਹੁੰਚਣੀ? ਬਿਲਕੁਲ ਭਾਜੀ, ਇੱਦਾਂ ਹੀ ਲੱਗਦਾ ਸੀ। ਨਾ ਕੋਈ ਫੋਨ ਹੁੰਦਾ ਸੀ, ਕਦੇ ਕੋਈ ਸਰਪੰਚ ਦੇ ਹੁੰਦਾ ਸੀ ਫੋਨ, ਕਿਤੋਂ ਏਜੰਟ ਨੇ ਫੋਨ ਕਰਾਉਣਾ, 6 ਮਹੀਨੇ ਘਰਦਿਆਂ ਨਾਲ ਗੱਲ ਕਰਨੀ, ਬੰਦਾ ਤੁਹਾਡਾ ਜਿੰਦਾ ਆ। ਮਾਂ ਦੀਆਂ ਅੱਖਾਂ 'ਚ ਵੀ ਹੰਝੂ ਆਣੇ ਕਿ ਮੇਰਾ ਪੁੱਤ ਕਿਹੜੇ ਕੰਮ ਲਈ ਗਿਆ ਤੇ ਕੀ ਬਣ ਗਿਆ, ਹੈ ਨਾ, ਕੀ ਭਾਣਾ ਹੋ ਗਿਆ ਦੱਸੋ, ਹੈ ਨਾ। ਤੇ ਮਾਂ ਦੇ ਅੱਖਾਂ 'ਚੋਂ ਹੰਝੂ ਆਣੇ, ਤੇ ਮਾਂ ਵੀ ਬਿਮਾਰ ਰਹਿਣ ਲੱਗ ਪਈ। 1.5 ਸਾਲ ਮੈਂ ਗੁਰੂ ਘਰ ਰਿਹਾ, ਮਹਾਰਾਜ ਦੇ ਅੱਗੇ ਰੋਜ਼ ਅਰਦਾਸ ਕਰਨੀ ਕਿ ਵਾਹਿਗੁਰੂ ਕਿ ਐਡਾਂ ਦੇ ਕਿਹੜੇ ਕਰਮ ਕਰ ਦਿੱਤੇ ਵੀ ਇੰਨੇ ਧੱਕੇ ਖਾਦੇ ਆ, ਕਿੱਥੋਂ ਮਾੜਾ ਕਰਦਾ ਸੀ, ਹੈ ਨਾ। ਤੇ ਉਹਨੂੰ ਪੈਸੇ ਦਿੱਤੇ, ਵੀਜ਼ਾ ਲੱਗ ਗਿਆ, ਹੈ ਨਾ। ਫਿਰ ਅਸੀਂ ਫਰਾਂਸ ਆਏ। ਪਰ ਭਾਜੀ ਜਦੋਂ ਮੈਂ ਫਰਾਂਸ ਉਤਰਿਆ ਨਾ, ਤੇ ਉਹਨੇ ਜਿਹਦੇ ਮੇਰੇ ਪਾਸਪੋਰਟ 'ਤੇ ਵੀਜ਼ੇ ਦੇਖੇ ਨਾ, ਤੇ ਉਹਨੇ ਮੈਨੂੰ ਉਸੇ ਵੇਲੇ ਫਿਰ ਡਿਪੋਰਟ ਕਰਤਾ ਫਰਾਂਸ। ਪਰ ਉਸ ਮਹਾਰਾਜ ਨੇ ਦੇਖ ਲਓ, ਵਾਹਿਗੁਰੂ ਦੇ ਇਹੀ ਜਦੋਂ ਮੈਨੂੰ ਫਿਰ ਫਰਾਂਸ ਤੋਂ ਡਿਪੋਰਟ ਕੀਤਾ ਨਾ, ਤਾਂ ਮੈਂ ਤਾਂ ਇਹੀ ਚਾਹੁੰਦਾ ਸੀ ਕਿ ਜਿਹੜਾ ਜਹਾਜ਼ ਚੱਲਿਆ ਨਾ ਪਿੱਛੇ ਨੂੰ ਡਿੱਗੇ ਪਵੇ, ਕੰਮ ਹੀ ਖਤਮ ਹੋਵੇ, ਜਹਾਜ਼ ਹੀ ਡਿੱਗ ਜਾਵੇ, ਅਸੀਂ ਮਰੀਏ ਪਰੀਏ। ਕਿਹੜੇ ਕੰਮਾਂ 'ਚ ਪਏ ਆ ਨਾ, ਕਿੱਦਾਂ ਜਾਣੀ ਅੱਖਾਂ 'ਚੋਂ ਹੰਝੂ ਆ ਗਏ ਭਾਜੀ। ਉਸ ਲਈ ਐਂ ਸੋਚਦੇ ਲੋਕੀ, ਕਹਿੰਦੇ ਸੀ ਘਰ ਪਹੁੰਚੀ, ਮੈਂ ਕਹਿੰਦਾ ਘਰ ਨਾ ਪਹੁੰਚਿਆ ਮੈਂ ਮਰ ਜਾ। ਫਿਰ ਮੈਂ ਏਜੰਟ ਨੂੰ ਉਹੀ ਪਾਸਪੋਰਟ ਦਿਖਾਇਆ, ਉਹ ਕਹਿੰਦਾ ਯਾਰ ਤੇਰੀ ਇੰਨੀ ਕਿਸਮਤ ਢਿੱਲੀ, ਹੈ ਨਾ। ਉਹ ਏਜੰਟ ਕਹਿੰਦਾ ਚਲੋ ਸ਼ੁਕਰ ਕਰ, ਕੁਛ ਨਹੀਂ ਹੋਇਆ, ਤੈਨੂੰ ਫਿਰ ਹੀ ਫਰਾਂਸ ਚੜਾਉਣਗੇ। ਪਰ ਮਲਟੀਪਲ ਵੀਜ਼ਾ ਸੀ। ਫਿਰ 10 ਦਿਨਾਂ ਬਾਅਦ ਫਿਰ ਮੈਨੂੰ ਅਲੱਗ ਫਲੈਟ ਦੇ ਵਿੱਚ, ਹੋਰ ਫਲੈਟ ਫਿਰ ਮੈਂ ਆਇਆ। ਇਹ ਪਹਿਲਾਂ ਮੈਂ ਆਇਆ ਸੀ ਮਾਸਕੋ ਏਅਰਲਾਈਨ ਦੇ ਵਿੱਚ, ਫਿਰ ਮੈਨੂੰ ਉਹਨੂੰ ਫਰਾਂਸ ਏਅਰਵੇਜ਼ ਦੇ ਸਿੱਧਾ ਚੜਾਇਆ। ਜਦੋਂ ਫਿਰ ਦੁਬਾਰਾ ਮੈਂ 10 ਦਿਨਾਂ ਬਾਅਦ ਆਇਆ, ਫਿਰ ਮੈਨੂੰ ਫਰਾਂਸ ਨੇ ਐਂਟਰੀ ਵੀ ਦੇ। ਜਦੋਂ ਅਸੀਂ ਰੋਡ 'ਤੇ ਕਿਸੇ ਨੂੰ ਦੇਖਦੇ ਨਾ, ਕਿਸੇ ਕੋਲ ਹੈ ਨਹੀਂ ਗਾ ਖਾਣ ਨੂੰ, ਤਾਂ ਆਪਣੇ ਦਿਨ ਚੇਤੇ ਆ ਜਾਂਦੇ ਆ। ਉਹ ਤਾਂ ਦਿਲ ਕਰਦਾ ਕਿ ਚੱਕ ਕੇ ਘਰ ਨੂੰ ਲੈ ਜਾਈਏ, ਯਾਰ ਸਾਡਾ ਵੀਰ ਇੱਦਾਂ ਕਾਹਤੇ ਆ ਨਾ, ਕਿਉਂ ਅਸੀਂ ਉਹ ਹਾਲਾਤ ਦੇਖੇ ਆ। ਅਸੀਂ ਬਿਲਕੁਲ ਥੱਲੇ ਜ਼ਮੀਨ ਤੋਂ ਲੈ ਕੇ ਅੱਜ ਵਾਹਿਗੁਰੂ ਦੀ ਕਿਰਪਾ ਕਿਤੇ ਰੋਟੀ ਜੋਗੇ ਹੋਏ ਆ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਇਸ ਵੇਲੇ ਮੌਜੂਦ ਹਾਂ ਯੂਰੋਨਾ ਸਿਟੀ ਦੇ ਵਿੱਚ, ਜਿੱਥੇ ਪੰਜਾਬੀ ਲੋਕ ਚੈਨਲ ਦੀ ਟੀਮ
ਆਈ ਆ। ਤੇ ਅੱਜ ਆਓ ਰੂਬਰੂ ਕਰਾਉਂਦੇ ਆ ਮੱਖਣ ਸਿੰਘ ਗੋਲੀਆਂ, ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਯੂਰਪ ਆਉਣ ਵਾਸਤੇ ਸ਼ੁਰੂਆਤ ਕੀਤੀ ਸੀ ਤੇ 6 ਸਾਲ ਲੱਗੇ ਯੂਰਪ ਪਹੁੰਚਣ ਵਿੱਚ ਤੇ ਸਪੇਨ ਵਿੱਚ ਪਹੁੰਚੇ। ਬਹੁਤ ਹੀ ਦਰਦਨਾਕ ਜਿਹੜਾ ਉਹ ਸਫ਼ਰ ਰਿਹਾ ਆ। ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਇੰਨਾ ਭਿਆਨਕ ਸਮਾਂ ਤੇ ਭਿਆਨਕ ਟਾਈਮ ਤੇ ਜਿਹਦੇ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇਹ ਪਹੁੰਚਿਆ ਤੇ ਅੱਜ ਇਹਨਾਂ ਨੇ ਕਾਮਯਾਬੀ ਕਰਦੇ ਹੋਏ ਇੱਥੇ ਕਈ ਮਾਰਕੀਟਾਂ ਬਣਾਈਆਂ ਆ, ਇਹਨਾਂ ਦੇ ਬਿਜ਼ਨਸ ਆ ਤੇ ਕਾਫੀ ਇਹਨਾਂ ਦੇ ਕੋਲ ਪੰਜਾਬੀ ਕਮਿਊਨਿਟੀ ਦੇ ਕੰਮ ਵੀ ਕਰ ਰਹੇ ਆ ਨੌਜਵਾਨ। ਤੇ ਨਾਲ ਇੱਥੇ ਦੀਆਂ ਜਿਹੜੀਆਂ ਸੇਵਾਵਾਂ ਵਾ ਤੇ ਕੁਝ ਜਿਹੜੇ ਸੋਸ਼ਲ ਕੰਮ ਆ ਉਹਨਾਂ ਦੇ ਵਿੱਚ ਵੀ ਵੱਧ ਚੜ੍ਹ ਕੇ ਸਾਥ ਦਿੰਦੇ ਆ। ਆਓ ਮਿਲਦੇ ਆ ਮੱਖਣ ਸਿੰਘ ਗੋਲੀਆਂ ਜਰੋਨੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਜੀ ਧੰਨਵਾਦ ਲੋਕ ਪੰਜਾਬੀ ਚੈਨਲ ਦਾ ਕਿ ਜਿੰਨੀ ਤੁਸੀਂ ਆ ਕੇ, ਅਮਰੀਕ ਸਿੰਘ ਦਾ ਵੀ ਧੰਨਵਾਦ, ਤੁਸੀਂ ਆ ਕੇ ਸਾਡੀ ਇਹ ਗੱਲ ਪੁੱਛੀ ਆ ਵੀ 2000 ਤੋਂ ਤੁਰੇ ਤੇ ਸਾਨੂੰ 6 ਸਾਲ ਲੱਗੇ ਇੱਥੇ ਪਹੁੰਚਣ ਨੂੰ। ਇਹਦੇ ਵਿੱਚ ਵਿਚਾਰ ਅਸੀਂ ਤੁਹਾਨੂੰ ਮੈਂ ਦੱਸੂਗਾ ਵੀ ਕਿੱਦਾਂ ਪਹੁੰਚਿਆ, ਕਿਹੜੇ ਹਾਲਾਤਾਂ ਤੋਂ ਗੁਜ਼ਰੇ ਆ, ਕਿੱਦਾਂ ਹੋਏ ਆ। ਵਾਹਿਗੁਰੂ ਇਹ ਚੀਜ਼ਾਂ ਅਸੀਂ ਤੁਹਾਨੂੰ ਦੱਸਾਂਗੇ ਕਿੱਦਾਂ। ਜਦੋਂ ਇਹਨਾਂ ਨੇ ਪਿੱਛੇ ਜੇ ਦਾਸਤਾਨ ਦੱਸੀ ਤੇ 4-5 ਵੀਰ ਹੋਰ ਵੀ ਖੜ੍ਹੇ ਸੀ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਏ ਤੇ ਮਾਵਾਂ ਪੁੱਤਾਂ ਨੂੰ ਬਾਹਰ ਭੇਜਦੀਆਂ ਆ, ਕਿਹੜੇ ਹਾਲਾਤਾਂ ਦੇ ਵਿੱਚ ਕਿੱਦਾਂ ਪਹੁੰਚਦੇ ਆ। ਬੜੇ ਸੁਪਨੇ ਹੁੰਦੇ ਆ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਕਮਾਈਆਂ ਕਰੀਏ ਤੇ ਆਪਣੇ ਘਰਾਂ ਨੂੰ ਪੈਸਾ ਪਾਈਏ। ਤੇ ਮੱਖਣ ਸਿੰਘ ਜੀ, ਤੁਸੀਂ ਕਿਹੜੇ ਸੰਨ ਦੇ ਵਿੱਚ ਪੰਜਾਬ ਤੋਂ ਚੱਲੇ ਸੀ? ਕੀ ਵਜ੍ਹਾ ਸੀ, ਕਿਉਂ ਤੁਸੀਂ ਬਾਹਰਲੇ ਮੁਲਕ 'ਚ ਆਉਣਾ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਕਿਹੜੀ ਉਹ ਤੁਹਾਨੂੰ ਜਿਹੜੀ ਕਮੀ ਲੱਗੀ ਆ ਜੀ? ਹਾਂਜੀ, ਕਮੀ ਤਾਂ ਇੱਦਾਂ ਜੀ, ਜਿੱਦਾਂ ਦੇਖੋ ਸਾਰੇ ਜ਼ਿਮੀਂਦਾਰ ਭਰਾ ਆ ਅਸੀਂ ਤੇ 3 ਭਾਈ ਸੀ ਹਨਾ, 1 ਭੈਣ 3 ਭਾਈ ਆ। ਜ਼ਮੀਨ ਥੋੜ੍ਹੀ ਆਉਂਦੀ ਸੀ, ਇਹੀ ਹੁੰਦਾ ਵੀ ਚਲੋ ਬਾਹਰ ਜਾਵਾਂਗੇ, ਪੈਸੇ ਕਮਾਵਾਂਗੇ, ਪੈਸੇ ਕਮਾ ਕੇ ਚਲੋ ਘਰ ਦਾ ਜਿਹੜਾ 1 ਭਾਈ ਪਿੱਛੇ ਰਹਿ ਲੂਗਾ, 2 ਭਾਈ ਬਾਹਰ ਸੈੱਟ ਹੋ ਜਾਊਗਾ ਤੇ ਆਪਣਾ ਘਰ ਪਰਿਵਾਰ ਸਾਡਾ ਚੱਲੀ ਜਾਊਗਾ, ਵਧੀਆ ਰਵਾਂਗੇ ਅਸੀਂ ਸਾਰੇ ਜਣੇ। ਇਸੇ ਕਰ ਇਹੀ ਸੀਗਾ ਵੀ ਆਪਾਂ ਬਾਹਰ ਜਾ ਕੇ ਕਮਾਈ ਕਰੀਏ, ਕਮਾਈ ਕਰਕੇ ਤੇ ਘਰ ਦੇ ਜਿਹੜੇ ਹਾਲਾਤ ਉਹ ਸਹੀ ਕਰੀਏ। ਚਲੋ ਇਸ ਤੋਂ ਬਾਅਦ ਤੁਸੀਂ ਕਿਸੇ ਏਜੰਟ ਦਾ ਸਹਾਰਾ ਲਿਆ ਜਾਂ ਕੁਛ ਕਿੱਦਾਂ ਕਰਕੇ ਕੀ ਹੋਇਆ? ਕਿੱਦਾਂ ਤੁਸੀਂ ਕਿਹੜੀ ਕੰਟਰੀ ਵੱਲ ਨੂੰ ਤੁਸੀਂ ਸੋਚਿਆ ਕਿ ਕੋਈ ਯਾਰ ਦੋਸਤ ਮਿੱਤਰ ਸੀਗਾ ਉਸ ਕੰਟਰੀ ਦੇ ਬਾਹਰ ਕਿ ਕਿਵੇਂ? ਨਹੀਂ, ਯਾਰ ਦੋਸਤ ਤਾਂ ਸੀਗੇ ਜੀ, ਕੋਈ ਰਿਸ਼ਤੇਦਾਰ ਕੋਈ ਇੱਦਾਂ ਦਾ ਕੋਈ ਨਹੀਂ ਸੀਗਾ ਜੀ। ਜਦੋਂ ਵੀ ਆਪਾਂ ਤੁਰੇ ਸੀਗੇ ਤੇ ਏਜੰਟ ਨਾਲ ਗੱਲ ਕੀਤੀ ਸੀ, ਅਸੀਂ ਯੂਰਪ ਦੀ ਗੱਲ ਏਜੰਟ ਨਾਲ ਕੀਤੀ ਸੀ ਗੱਲ ਆਪਾਂ ਯੂਰਪ ਦੀ, ਤੇ ਯੂਰਪ ਦੀ ਗੱਲ ਕੀਤੀ ਆ ਤੇ ਏਜੰਟ ਨੇ ਕਿਹਾ ਸੀ ਉਦੋਂ 3.5 ਲੱਖ ਰੁਪਈਆ ਲੱਗਦਾ ਹੁੰਦਾ ਸੀ ਸੰਨ 2000 'ਚ। ਅੱਜ ਤੋਂ ਸਮਝ ਲਓ ਵੀ 20 ਸਾਲ ਹੋ ਗਏ, 20 ਚੱਲਦਾ ਨਾ, ਤੇ ਉਦੋਂ 3 ਲੱਖ ਰੁਪਈਆ ਚੱਲਦਾ ਹੁੰਦਾ ਸੀ। ਅਸੀਂ ਉਦੋਂ ਏਜੰਟ ਨੂੰ 3 ਲੱਖ ਰੁਪਈਆ ਦਿੱਤਾ ਸੀ ਯੂਰਪ ਵਾਸਤੇ, ਪਰ ਉਹਨੇ ਯੂਰਪ ਦਾ ਵੀਜ਼ਾ ਨਹੀਂ ਲਵਾਇਆ, ਸਾਨੂੰ ਪਹਿਲਾਂ ਦਿੱਲੀ ਰੱਖਿਆ। ਦਿੱਲੀ ਰੱਖ ਕੇ ਤੇ ਉਹ ਫਿਰ ਸਾਨੂੰ ਕਹਿੰਦਾ ਸੀ ਵੀ ਤੁਹਾਨੂੰ ਪਹਿਲਾਂ ਆਪਾਂ ਲੈ ਕੇ ਜਾਵਾਂਗੇ ਕੀਨੀਆ ਤੋਂ ਤੁਹਾਡੀ ਫਲਾਈਟ ਕਰਾਵਾਂਗੇ ਅਸੀਂ ਯੂਰਪ ਦੀ। ਤੇ ਸਾਨੂੰ ਕੀਨੀਆ ਲੈ ਗਿਆ ਜੀ। ਕੀਨੀਆ ਅਸੀਂ ਰਹੇ ਹਾਂ ਘੱਟੋ ਘੱਟ ਵੀ, ਫਿਰ ਏਜੰਟ ਨੇ ਜਿੱਦਾਂ ਵੀਜ਼ਾ ਲਵਾਇਆ ਕੀਨੀਆ ਦਾ, ਆਪਾਂ ਕੀਨੀਆ ਚਲ ਗਏ। ਕੀਨੀਆ ਅਸੀਂ ਰਹੇ ਹਾਂ ਘੱਟੋ ਘੱਟ ਵੀ ਜੀ 1.5 ਸਾਲ, ਕੋਈ ਵੀਜ਼ਾ ਨਹੀਂ ਲੱਗਾ, ਕੋਈ ਕੁਛ ਨਹੀਂ ਲੱਗਾ। ਉੱਥੇ ਦਾ ਵੀਜ਼ਾ ਲਵਾ ਕੇ ਉੱਥੇ ਹੀ ਘੁਮਾਉਂਦਾ ਰਿਹਾ, ਇੱਧਰ ਨੂੰ ਚੱਲ ਜਾਵਾਂਗੇ, ਇਹਨੂੰ ਕਰ ਲਾਂਗੇ, ਪਰ ਕੁਛ ਵੀ ਨਹੀਂ। ਪੈਸੇ ਉਹਨੂੰ ਅਸੀਂ ਪਹਿਲੇ ਦੇ ਬੈਠੇ ਸੀ ਸਾਰੇ। ਤੇ ਬਸ ਇੱਦਾਂ ਹੀ ਹਾਲਾਤਾਂ ਤੋਂ ਗੁਜ਼ਰਦੇ ਫਿਰ ਕੀਨੀਆ ਤੋਂ ਤੰਜਾਨੀਆ ਲੈ ਗਿਆ ਸਾਨੂੰ, ਬਾਈ ਰੋਡ ਹੀ ਲੈ ਗਿਆ। ਸ਼ਿਪ 'ਚ ਅਸੀਂ ਗਏ ਹਾਂ ਹੈ ਨਾ, ਕੀਨੀਆ ਤੋਂ ਤੰਜਾਨੀਆ ਅਸੀਂ ਸ਼ਿਪ 'ਚ ਗਏ ਹਾਂ, ਉੱਥੇ ਵੀ ਕੁਛ ਨਹੀਂ ਬਣਿਆ। ਅਫਰੀਕਾ ਦੇ ਵਿੱਚ ਪੈਂਦਾ ਨਾ? ਹਾਂਜੀ, ਅਫਰੀਕਾ ਦੇ ਵਿੱਚ ਪੈਂਦਾ ਜੀ, ਅਫਰੀਕਾ ਦੇ ਵਿੱਚ ਪੈਂਦਾ। ਕੀਨੀਆ ਤੋਂ ਤੰਜਾਨੀਆ ਸਾਨੂੰ ਸ਼ਿਪ 'ਚ ਲੈ ਗਿਆ ਤੇ ਉਹ ਕਹਿੰਦਾ ਸੀ ਚਲੋ ਇੱਥੋਂ ਨਹੀਂ ਬਣਿਆ ਆਪਾਂ ਤੰਜਾਨੀਆ ਤੋਂ ਤੁਹਾਡੀ ਫਲਾਈਟ ਕਰਾ ਦਿਆਂਗੇ। ਪਰ ਉਹੀ ਤੰਜਾਨੀਆ ਦੇ ਵਿੱਚ ਵੀ ਸਾਡਾ ਸਾਲ 1.5 ਸਾਲ ਲਵਾਤਾ ਉੱਥੇ। ਬਾਕੀ ਜਿੱਦਾਂ ਤੁਸੀਂ ਉੱਥੇ ਏਜੰਟ ਨੇ ਤੁਹਾਨੂੰ ਬੜੇ ਸੁਪਨੇ ਦਿਖਾਏ ਪੰਜਾਬ ਤੋਂ ਤੁਰਨ ਵੇਲੇ ਵੀ, ਉੱਥੇ ਜਾ ਕੇ ਤੁਹਾਨੂੰ ਕਦੇ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕੀਨੀਆ ਦੇ ਵਿੱਚ, ਜਾਂ ਭੁੱਖ ਦਾ, ਜਾਂ ਕਿਸੇ ਬੰਨੇ ਕਿਸੇ ਆਪਣੇ ਘਰ ਦੀ ਯਾਦ ਆਈ ਤੁਹਾਨੂੰ ਦੁਬਾਰਾ, ਤੇ ਕੁਛ ਇਹੋ ਜਿਹਾ ਜਦੋਂ ਹੋਇਆ ਮਨ ਨੂੰ ਕਿ ਕਾਸ਼ ਅਸੀਂ ਵਾਪਸ ਮੁੜ ਜਾਈਏ ਜਾਂ ਘਰੇ ਚੱਲ ਜਾਈਏ? ਕਿ ਬਹੁਤ ਜੀ, ਬਹੁਤ ਘਰ ਛੱਡਣਾ ਤੁਹਾਨੂੰ ਪਤਾ ਹੀ ਹੈ ਜੀ, ਜਦੋਂ ਘਰ ਛੱਡਦੇ ਯਾਦ ਤਾਂ ਆਉਂਦੀ ਹੈ ਘਰਦਿਆਂ ਦੀ।
ਜਦੋਂ ਅਸੀਂ ਫਿਰ ਉੱਥੇ ਪਹੁੰਚੇ ਉਹਨੂੰ ਕਿਹਾ ਵੀ ਭਾਈ ਸਾਡੀ ਗੱਲ ਤੇਰੀ ਹੋਈ ਸੀ ਥੋੜ੍ਹੇ ਟਾਈਮ ਦੀ ਹੈ ਨਾ, ਵੀ ਸਾਨੂੰ 1.5 ਸਾਲ ਹੋ ਗਿਆ ਇੱਥੇ ਘੁੰਮਦਿਆਂ ਨੂੰ ਨਾ, ਕਿਤੇ ਤੂੰ ਕੀਨੀਆ ਲੈ ਜਾਣਾ, ਕਿਤੇ ਤੰਜਾਨੀਆ ਲੈ ਜਾਂਦਾ, ਅਫਰੀਕਾ ਦੇ ਵਿੱਚ ਹੀ ਪੈਂਦਾ। ਨਹੀਂ ਮੈਂ ਕਰਦਾ ਬਾਅਦ ਦੇ ਵਿੱਚ ਸਾਨੂੰ ਤੋਂ ਛੱਡ ਕੇ ਹੀ ਭੱਜ ਗਿਆ, ਉਹ ਪੈਸੇ ਲੈ ਛੱਡ ਕੇ ਭੱਜ ਗਿਆ। ਅਤੇ ਉੱਥੇ ਗੁਰੂ ਘਰ ਹੈਗੇ ਆਪਣੇ, ਅਸੀਂ ਉਹਨਾਂ ਕੋਲ ਗਏ, ਉਹ ਉਹਨਾਂ ਨੂੰ ਦੱਸੀ ਆਪਣੀਆਂ ਮੁਸ਼ਕਲਾਂ, ਚਲੋ ਉਹਨੇ ਵੀ ਸਾਡੀ ਮਦਦ ਕੀਤੀ। ਪਰ ਪਹਿਲਾਂ ਤਾਂ ਸਾਨੂੰ ਛੱਡੇ ਇੱਦਾਂ ਦੇ ਸ਼ਹਿਰਾਂ 'ਚ ਗਿਆ ਜਿੱਥੋਂ ਸਾਡੇ ਪੰਜਾਬੀ ਭਰਾ ਹੈ ਹੀ ਨਹੀਂ ਉੱਥੇ। ਇੱਕ ਚੋਰੀ ਇੰਨੀ ਆ, ਕਾਲੇ ਤੁਰੇ ਜਾਂਦਿਆਂ ਦੇ ਬਟੂਏ ਖੋਲ੍ਹਣੇ, ਜੋ ਕੋਈ ਸੀ ਗਲ ਦੇ ਵਿੱਚ ਘੜੀ ਪਾਈ ਉਹ ਖੋਲ੍ਹਣੀ ਆ, ਕੁੱਟ ਲੈਣਾ, ਜੇ ਪੈਸੇ ਨਿਕਲੇ ਤਾਂ ਛੱਡ ਦੇਣਾ, ਜੇ ਸਾਡੇ ਕੋਲ ਪੈਸੇ ਨਹੀਂ ਨਿਕਲੇ ਫਿਰ ਉਹ ਨਹੀਂ ਕੁੱਟਣਾ ਵੀ ਤੁਸੀਂ ਜੇਬ 'ਚ ਪੈਸੇ ਕਾਹਤੇ ਨਹੀਂ ਰੱਖੇ। ਅਤੇ ਇੱਦਾਂ ਦੇ ਕੋਟਾਂ ਦੇ ਇੱਦਾਂ ਦੇ ਹਾਲਾਤਾਂ ਦੇ ਵਿੱਚੋਂ ਅਸੀਂ ਨਿਕਲੇ ਉੱਥੋਂ। ਤੇ ਰੋਟੀ ਪਾਣੀ ਤੁਹਾਨੂੰ ਮਿਲਦੀ ਰਹੀ? ਰੋਟੀ ਪਾਣੀ ਵਾਹਿਗੁਰੂ ਬਸ ਜੀ, ਰੋਟੀ ਪਾਣੀ ਕਿੱਥੇ, ਰੋਟੀ ਪਾਣੀ ਸਿਰਫ ਗੁਰੂ ਘਰਾਂ ਨੇ ਮਦਦ ਕੀਤੀ ਜਿੱਥੇ ਅਸੀਂ ਰਹੇ ਹਾਂ। ਬਾਕੀ ਜਦੋਂ ਏਜੰਟਾਂ ਦੇ ਕੋਲ ਰਹਿਣਾ ਕਿੱਥੇ ਰੋਟੀ ਕਿਸੇ ਨੇ ਦੇਣੀ, ਕਿਤੇ ਬਸ ਉੱਥੇ ਇਕੱਠੇ ਕਰ ਲੈਣੇ ਸਾਰੇ। ਤੇ ਅਫਰੀਕਨ ਕਿਸੇ ਨੇ ਉੱਥੇ ਕਮਿਊਨਿਟੀ ਦੇ ਨੇ, ਕਾਲੇ ਨੇ ਕਿਸੇ ਨੇ ਕਿ ਤੁਹਾਡੀ ਮਦਦ ਕੀਤੀ ਹੋਵੇ? ਨਹੀਂ, ਉਦੋਂ ਐਦਾਂ ਸੀ, ਸਾਡੀ ਵੀ ਉਮਰ ਬੜੀ ਹਲਕੀ ਹੁੰਦੀ ਸੀ ਕਿ ਸਾਡੀ ਵੀ ਇੰਨੀ ਸੋਚ ਵੱਡੀ ਨਹੀਂ ਸੀ ਹੁੰਦੀ ਵੀ ਕਿਸੇ ਨਾਲ ਕਿੱਦਾਂ ਗੱਲ ਕਰਨੀ ਸੀ। ਸਾਨੂੰ ਏਜੰਟ ਵੀ ਇਹ ਚੀਜ਼ਾਂ ਸਿਖਾਲਦੇ ਆ ਵੀ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ, ਬੋਲਣਾ ਨਹੀਂ। ਅਸੀਂ ਤਾਂ ਉੱਦਾਂ ਹੀ ਸਹਿੰਬੇ ਰਹਿੰਦੇ ਸੀ, ਜੋ ਏਜੰਟ ਨੇ ਕਹਿ ਦੇਣਾ ਐਨੂੰ ਤੁਰਨਾ ਤਾਂ ਉੱਧਰ ਨੂੰ ਤੁਰਨਾ। ਪਰ ਕਿਸੇ ਨੇ ਮਦਦ ਵੀ ਕੀਤੀ ਤੁਹਾਡੀ? ਹਾਂਜੀ ਕੀਤੀ ਆ। ਵਿੱਚ ਲੋਕ ਇੱਦਾਂ ਦੇ ਰੱਬੀ ਲੋਕ ਵੀ ਹੈਗੇ ਆ ਜਿਹੜੇ ਉਹ ਚੀਜ਼ਾਂ ਨੂੰ ਸਮਝਦੇ ਆ। ਕਿਸੇ ਕਾਲਿਆਂ ਨੇ ਸਾਡੀ ਮਦਦ ਵੀ ਕੀਤੀ ਆ, ਉਹਨੇ ਸਾਨੂੰ ਘਰ ਵੀ ਰੱਖਿਆ ਆ। ਪਰ ਉਹ ਖਾਂਦੇ ਹੋਰ ਨੌਨ ਵੈਜ ਬਹੁਤ ਖਾਂਦੇ ਆ, ਪਰ ਉਹ ਚੀਜ਼ਾਂ ਆਪਾਂ ਖਾਂਦੇ ਨਹੀਂ। ਚੌਲ ਵਾਲ ਕੇ ਦੇ ਦੇਣੇ ਉਹਨੇ ਸਾਨੂੰ, ਚੌਲ ਵਾਲ ਕੇ ਦਿੰਦੇ ਰਹੇ, ਉਹਨੇ ਖਾ ਲੈਣਾ ਜੋ ਰਹੇ ਆ। ਪਰ ਨਹੀਂ ਸਾਡੇ ਕੋਲ ਅਸੀਂ ਪਹਿਲਾਂ ਤੋਂ ਜਿੱਦਾਂ ਇੰਡੀਆ 'ਚ ਗਿੱਜੇ ਆ ਹੈ ਨਾ, 3 ਟਾਈਮ ਰੋਟੀ ਪਾਣੀ ਖਾਣਾ ਜਾਂ ਸਾਰਾ ਕੁਛ, ਉੱਥੇ ਤਾਂ ਫਿਰ ਦਿਹਾੜੀ ਰੋਟੀ ਨਹੀਂ ਮਿਲਣੀ। ਇਸ ਤੋਂ ਬਾਅਦ ਤੁਸੀਂ 6 ਸਾਲ ਤੁਹਾਨੂੰ ਰਸਤੇ ਦੇ ਵਿੱਚ ਰਹਿਣਾ ਪਿਆ। ਹਾਂਜੀ, ਪੰਜਾਬ ਤੋਂ ਚੱਲਿਆਂ ਨੂੰ 6 ਸਾਲ ਹੋ ਗਏ। ਹੋਰ ਕਿੱਥੇ ਜਾ ਕੇ ਕਿੱਦਾਂ ਸਟਰਗਲ ਕੀਤਾ ਵਾ, ਕੀ ਧੱਕੇ ਖਾਧਿਆ, ਕਿ ਕਦੋਂ ਆਪਣੇ ਪੰਜਾਬ ਦੀ ਤੇ ਘਰ ਦੀ ਯਾਦ ਆਈ ਆ, ਕਾਸ਼ ਅਸੀਂ ਘਰੋਂ ਨਾ ਤੁਰਦੇ ਤਾਂ ਚੰਗੇ ਰਹਿੰਦੇ? ਉਹ ਕਿਹੜੀ ਜਗ੍ਹਾ ਸੀ, ਕਿਸ ਵੇਲਾ ਸੀ, ਕਿੱਦਾਂ ਸੀ? ਹਾਂਜੀ, ਉਹ ਵੀ ਤੁਹਾਨੂੰ ਭਾਅ ਜੀ ਦੇਖੋ, ਜਦੋਂ ਸਾਨੂੰ ਨਾ ਉਹ ਕੀਨੀਆ ਤੋਂ ਫਿਰ ਉਹ ਕਹਿੰਦਾ ਉਹਨਾਂ ਗੱਲ ਹੋਈ ਵੀ ਸਾਨੂੰ ਇੱਥੇ 1.5 ਸਾਲ ਹੋ ਗਿਆ ਘੁੰਮਦਿਆਂ ਨੂੰ, ਵੀ ਦੱਸੋ ਕੀ ਕਰਨਾ ਨਾ। ਏਜੰਟ ਚੱਲ ਗਿਆ ਸੀਗਾ, ਏਜੰਟ ਸਾਡੇ ਕੋਲ ਨਹੀਂ ਸੀ, ਨਾਲ ਆਪਣਾ ਇੱਕ ਥੱਲੇ ਜਿਹੜਾ ਛੋਟਾ ਏਜੰਟ ਹੁੰਦਾ ਉਹ ਛੱਡ ਗਿਆ ਸੀ। ਅਤੇ ਉਹਨੇ ਇਹੀ ਗੱਲ ਦੱਸੀ ਵੀ ਕੋਈ ਨਹੀਂ ਹੋ ਜਾਊਗਾ। ਨਹੀਂ, ਫਿਰ ਉਹ ਸਾਨੂੰ ਫਿਰ ਲੈ ਗਿਆ ਮਜ਼ੰਬੀਕ, ਨਾਲੇ ਹੀ ਮੁਲਕ ਪੈਂਦਾ। ਫਿਰ ਆਪਾਂ ਮਜ਼ੰਬੀਕ ਚੱਲ ਗਏ, ਮਜ਼ੰਬੀਕ ਵੀ ਨਹੀਂ ਬਣਿਆ, ਉੱਥੇ ਪੁਰਤਗੀਜ਼ ਚੱਲਦੀ ਆ। ਅਤੇ ਉਸ ਤੋਂ ਬਾਅਦ ਕਹਿੰਦਾ ਉੱਥੇ ਰਹੇ 2 ਮਹੀਨੇ। ਨਹੀਂ, ਫਿਰ ਸਾਨੂੰ ਬਾਈ ਰੋਡ ਸਾਊਥ ਅਫਰੀਕਾ ਲੈ ਗਿਆ, ਜੋਨਸਬਰਗ। ਜਦੋਂ ਅਸੀਂ ਬਾਰਡਰ 'ਤੇ ਪਹੁੰਚੇ, ਵੀਜ਼ਾ ਨਹੀਂ ਸੀ, ਉਹਨੇ ਫੜ ਲਿਆ, ਉੱਥੋਂ ਚੱਕ ਕੇ ਸਾਨੂੰ ਫਿਰ ਡਿਪੋਰਟ ਕਰਕੇ ਇੰਡੀਆ ਮਾਰਿਆ ਉਹਨੇ। ਅਸੀਂ ਸਿੱਧੇ ਇੰਡੀਆ ਆ ਗਏ ਹੈ ਨਾ, ਏਜੰਟ ਭੱਜ ਗਿਆ, ਪੈਸੇ ਸਾਰੇ ਉਹਨੂੰ ਦੇ ਦਿੱਤੇ। ਮੁੜ ਕੇ ਆਪਾਂ ਘਰਦਿਆਂ ਨੇ ਵੀ ਤੁਹਾਨੂੰ ਪਤਾ ਪੈਸੇ ਚੱਕ ਕੇ ਜਿੱਦਾਂ ਵੀ ਦਿੱਤੇ ਹੁੰਦੇ ਹੈ ਨਾ, 2-2 4-4 ਖੇਤਾਂ ਦੇ ਉਹਨਾਂ ਦੇ ਵਿੱਤੇ ਜਿਹੜੀਆਂ ਆਪਾਂ ਬਣਾਈਆਂ ਹੁੰਦੀਆਂ ਲਿਮਟਾਂ ਤੋਂ ਚੱਕ ਕੇ ਘਰਦਿਆਂ ਨੇ ਪੈਸੇ ਦਿੱਤੇ। ਅਤੇ ਘਰਦਿਆਂ ਨੂੰ ਇਹ ਵੀ ਕਿਹੜੇ ਮੂੰਹ ਨਾਲ ਵੀ ਦੱਸੀਏ ਕਿ ਵੀ ਆਪਾਂ ਕਿਹਨਾਂ ਹਾਲਾਤਾਂ 'ਚ ਕਿੱਦਾਂ, ਜੇ ਉਹਨਾਂ ਨਾਲ ਵੀ ਦੱਸਦੇ ਤਾਂ ਉਹਨਾਂ ਦਾ ਵੀ ਦਿਲ ਬਹੁਤ ਦੁਖਦਾ। ਅਤੇ ਸਾਨੂੰ ਫਿਰ ਉਸ ਤੋਂ ਬਾਅਦ ਅਸੀਂ ਦਿੱਲੀ ਲਿਆ, ਫਿਰ ਦਿੱਲੀ ਅਸੀਂ ਰਹੇ 2-3 ਮਹੀਨੇ। ਕੀ ਰਿਐਕਸ਼ਨ ਰਿਹਾ ਘਰ ਦੇ ਵਿੱਚ ਜਦੋਂ ਵਾਪਸ ਡਿਪੋਰਟ ਹੋ ਕੇ ਗਏ? ਪਹਿਲਾਂ ਤਾਂ ਅਸੀਂ ਦੱਸਿਆ ਨਹੀਂ 1.5 ਮਹੀਨਾ ਘਰਦਿਆਂ ਨੂੰ, ਕਿਹੜੇ ਮੂੰਹ ਨਾਲ ਦੱਸੀਏ, ਕਿਹੜੇ ਮੂੰਹ ਨਾਲ ਅਸੀਂ ਦੱਸੀਏ ਘਰਦਿਆਂ ਨੂੰ ਵੀ ਅਸੀਂ ਡਿਪੋਰਟ ਹੋਏ। ਪੈਸੇ ਪਹਿਲਾਂ ਦੇ ਦਿੱਤੇ, ਸਾਰੇ ਪੈਸੇ ਚੱਕ ਕੇ ਦਿੱਤੇ। ਪਰ ਜਦੋਂ ਫਿਰ ਨਹੀਂ ਦੱਸਿਆ, 1.5 ਮਹੀਨਾ ਹੋ ਗਿਆ, ਫਿਰ ਘਰਦਿਆਂ ਨਾਲ ਸਲਾਹ ਤਾਂ ਗੱਲ ਤਾਂ ਕਰਨੀ ਪਊਗੀ ਨਾ। ਦਿਲ ਇੱਦਾਂ ਨਹੀਂ ਰਿਹਾ ਹੁੰਦਾ, ਘਰਦਿਆਂ ਨਾਲ ਕੀਤੀ। ਘਰਦਿਆਂ ਨੇ ਵੀ ਚਲੋ ਸਾਨੂੰ ਹੌਸਲਾ ਦਿੱਤਾ, ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਪੁੱਤ, ਕੋਈ ਗੱਲ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ, ਤਾਂ ਅਸੀਂ ਫਿਰ ਟਰਾਈ ਦੁਬਾਰਾ ਕਰਾਂਗੇ। ਫਿਰ ਉਹ ਏਜੰਟ ਲੱਭਿਆ। ਉਸ ਤੋਂ ਬਾਅਦ ਇੱਥੇ ਗਾਂਹ ਫਿਰ ਕਿਹੜੇ ਮੁਲਕ ਦੀ ਕਿੱਦਾਂ ਏਜੰਟ ਨੇ ਫਿਰ ਕਿੱਦਾਂ? ਹਾਂਜੀ, ਫਿਰ ਏਜੰਟ ਨੇ ਕਿਹਾ ਸੀ ਵੀ ਤੁਸੀਂ ਇੱਦਾਂ ਕਰੋ, ਫਿਰ ਕੋਈ ਗੱਲ ਨਹੀਂ ਮੈਂ ਕਰੂੰਗਾ। ਜਿੱਦਾਂ ਉਹਦੇ ਨਾਲ ਅਸੀਂ ਉਹਨੂੰ ਦਬਾਅ ਪਾਇਆ, ਫਿਰ ਉਹ ਸਾਡੇ ਕੋਲ ਮੁੜ ਕੇ ਆਇਆ, ਦਬਾਅ ਪਾਇਆ ਵੀ ਅਸੀਂ ਪੁਲਿਸ ਕੇਸ ਕਰਾਂਗੇ, ਇੱਦਾਂ ਕਰਾਂਗੇ। ਫਿਰ ਏਜੰਟ ਨੇ ਸਾਨੂੰ ਕਹਿੰਦਾ ਵੀ ਨਹੀਂ, ਤੁਹਾਨੂੰ ਮੈਂ ਲੈ ਕੇ ਜਾਣਾ ਥਾਈਲੈਂਡ ਤੋਂ ਆਪਾਂ ਜਾਣਾ ਆ ਮਲੇਸ਼ੀਆ ਤੋਂ ਸਿੰਗਾਪੁਰ, ਉੱਥੋਂ ਸਾਡੀ ਯੂਰਪ ਦੀ ਫਲਾਈਟ ਕਰਾਵਾਂਗੇ। ਅਤੇ ਉਹਨੇ ਫਿਰ ਸਾਡੀ ਥੋੜ੍ਹੇ ਚਿਰ ਬਾਅਦ ਉਹਨੇ ਟਿਕਟ ਲਈ ਆ, ਸਾਨੂੰ ਕਿਹਾ ਦਿੱਲੀ ਅਸੀਂ 2 ਮਹੀਨੇ ਰਹੇ ਆ, ਸਾਨੂੰ ਥਾਈਲੈਂਡ 'ਚ ਲੈ ਗਿਆ। ਥਾਈਲੈਂਡ ਰਹੇ 6 ਮਹੀਨੇ, ਵੀਜ਼ਾ ਐਕਸਪਾਇਰ ਹੋਣ ਲੱਗ ਪਿਆ। ਫਿਰ ਮਲੇਸ਼ੀਆ ਲੈ ਗਿਆ, ਮਲੇਸ਼ੀਆ ਕੁਆਲਾਲੰਪਰ ਰਹੇ ਅਸੀਂ, ਉੱਥੇ ਰਿਹਾ ਜੀ ਥੋੜ੍ਹਾ ਟਾਈਮ 6 ਮਹੀਨੇ, ਵੀਜ਼ਾ ਫਿਰ ਉੱਥੇ ਖਤਮ ਹੋਣ ਲੱਗਿਆ। ਫਿਰ ਸਿੰਗਾਪੁਰ ਨੂੰ ਬਾਈ ਰੋਡ ਲੈਣਾ, ਸਿੰਗਾਪੁਰ ਤੋਂ ਮਲੇਸ਼ੀਆ ਲਾਗੇ ਆਪਾਂ ਬਾਈ ਰੋਡ ਜਾ ਸਕਦੇ ਹਾਂ। ਜਿੱਦਾਂ ਨਾ ਉੱਥੇ ਇਮੀਗ੍ਰੇਸ਼ਨ ਹੁੰਦੀ ਹੈ, 3 ਮਹੀਨੇ ਤੋਂ ਵੱਧ ਆਪਾਂ ਵੀਜ਼ਾ ਨਹੀਂ ਲੈ ਸਕਦੇ, ਕਿਤੇ ਇੱਧਰ ਕਿਤੇ ਉੱਧਰ। ਪਰ ਉਹਦੇ ਵਿੱਚੋਂ ਜਦ ਨਹੀਂ ਗੱਲ ਬਣੀ, ਉੱਥੋਂ ਫਿਰ ਉਹ ਖਿਸ ਗਿਆ, ਪੈਸੇ ਮੁੱਕ ਗਏ। ਕਿਉਂ? ਉਹਨੇ ਨਾਲ ਨਵੇਂ ਮੁੰਡੇ ਹੋਰ ਲਾਏ ਸੀ, ਨਾਲ ਨਵੇਂ ਮੁੰਡਿਆਂ ਨਾਲ ਸਾਨੂੰ ਵੀ ਪਾਇਆ ਸੀਗਾ ਪੁਰਾਣਿਆਂ ਨੂੰ। ਉਹ ਜਦੋਂ ਉੱਥੇ ਕੋਈ ਗੇਮ ਉਹਦੀ ਨਹੀਂ ਚੱਲੀ, ਉੱਥੋਂ ਫੇਰ ਛੱਡ ਕੇ ਉਹ ਭੱਜ ਗਿਆ। ਨਾਲ ਹੋਰ ਵੀ ਸਾਡੇ ਵੀਰ ਕਿੰਨੇ ਖਰਾਬ ਹੋਏ, ਬੜੀਆਂ ਮੁਸ਼ਕਲਾਂ ਦਾ ਜਿੱਦਾਂ ਸਾਹਮਣਾ ਕਰਨਾ ਪਿਆ। ਪਰ ਸਿੰਗਾਪੁਰ ਦੇ ਵਿੱਚ ਇੱਦਾਂ ਆ, ਥਾਈਲੈਂਡ ਦੇ ਵਿੱਚ ਇੱਦਾਂ ਸੀ ਕਿ ਆਪਣੇ ਗੁਰੂ ਘਰ ਬਹੁਤ ਆ, ਉੱਥੇ ਚਲੋ ਰੋਟੀ ਪਾਣੀ ਦੀ ਕੋਈ ਔਖ ਨਹੀਂ ਆਈ। ਉਸ ਤੋਂ ਬਾਅਦ ਪਰ ਜਦੋਂ ਅਸੀਂ ਸਿੰਗਾਪੁਰ 2 ਵਾਰੀ ਇੱਦਾਂ ਘੁੰਮੇ ਅਤੇ ਚੱਕ ਕੇ ਉਹਨੇ ਫਿਰ ਰਿਪੋਰਟ ਕਰਤਾ ਸਾਨੂੰ ਇੰਡੀਆ ਨੂੰ ਵੀ ਟੂਰਿਸਟ ਇਹ ਕਾਹਦੇ ਆ ਤੁਸੀਂ, ਹੈ ਨਾ, ਜਿੱਦਾਂ ਆਪਾਂ ਨੂੰ ਉਹਨੇ ਕੀਤਾ ਸੀ। ਮੁੜ ਕੇ ਫਿਰ ਅਸੀਂ ਦਿੱਲੀ ਰਹੇ ਹਾਂ। ਦਿੱਲੀ ਫਿਰ ਆਉਂਦਿਆਂ ਨੂੰ ਜਦੋਂ ਡਿਪੋਰਟ ਕੀਤੀਆਂ ਨਹੀਂ, 2 ਮੋਹਰਾਂ ਦੇਖੀਆਂ, ਅਤੇ ਉਹਨੇ ਵੀ ਕਿਹਾ ਵੀ ਤਿਹਾੜ ਜੇਲ੍ਹ 'ਚ ਤੁਹਾਨੂੰ ਰੱਖਣਾ। ਪਰ ਅਸੀਂ ਬੜੀ ਮਿਹਨਤ ਤਾਲਾ ਕੀਤਾ ਉਹਨਾਂ ਦਾ ਵੀ ਨਹੀਂ ਛੱਡੋ ਸਾਡੇ ਇੱਦਾਂ ਨਹੀਂ। ਚਲੋ ਨਹੀਂ ਪਤਾ ਨਹੀਂ ਮਹਾਰਾਜ ਦੀ ਕੋਈ ਇੱਦਾਂ ਦੀ ਬਖਸ਼ਿਸ਼ ਵੀ ਨਹੀਂ, ਛੱਡਤਾ, ਨਹੀਂ ਤਾਂ ਤਿਹਾੜ ਜੇਲ੍ਹ 'ਚ ਜਾਣਾ ਸੀ ਅਸੀਂ। ਤੁਹਾਨੂੰ ਪਤਾ ਬੰਦਾ ਡਿਪੋਰਟ ਹੋਇਆ ਸਿੱਧਾ ਤਿਹਾੜ ਜੇਲ੍ਹ 'ਚ ਜਾਂਦਾ। ਦੇਖੋ ਫਿਰ ਵੀ ਸਿੱਖ ਕਮਿਊਨਿਟੀ ਦਾ ਨਾਂ ਪੂਰੀ ਦੁਨੀਆ 'ਚ ਆ, ਅਤੇ ਕਿਸੇ ਕੰਟਰੀ 'ਚ ਵੀ ਜਾਂਦੇ ਆ, ਗੁਰੂ ਘਰ ਦੇ ਵਿੱਚੋਂ ਲੰਗਰ ਤੁਹਾਨੂੰ ਖਾਣ ਨੂੰ ਮਿਲਦਾ ਆ।
ਤੇ ਕਿੰਨਾ ਵਧੀਆ, ਕਿੰਨਾ ਸਿੱਖਾਂ ਦਾ ਤੇ ਕਮਿਊਨਿਟੀ ਦਾ ਨਾਂ ਆ ਪੂਰੀ ਦੁਨੀਆ ਦੇ ਵਿੱਚ। ਤੇ ਉਸ ਤੋਂ ਇਲਾਵਾ ਤੁਸੀਂ ਰਸ਼ੀਆ ਦੀ ਵੀ ਮੇਰੇ ਕੋਲ ਗੱਲ ਕੀਤੀ ਆ, ਪੋਲੈਂਡ ਦੀ ਵੀ ਕੀਤੀ ਆ। ਤੁਸੀਂ ਰਸ਼ੀਆ ਤੋਂ ਤੁਰ ਕੇ ਵੀ ਗਏ ਆ, ਹਾਂਜੀ, ਬਾਰਡਰ ਪਾਰ ਕੀਤੇ ਆ, ਹਾਂਜੀ, 10-10 15-15 ਦਿਨ ਤੱਕ ਭੁੱਖੇ ਰਹੇ ਆ। ਫਿਰ ਤੁਸੀਂ ਇੰਨੇ ਦਿਨਾਂ ਦੇ ਵਿੱਚ ਤੁਰ ਕੇ ਪਹੁੰਚੇ ਆ, ਪੈਰਾਂ ਦੇ ਵਿੱਚ ਛਾਲੇ ਵੀ ਹੋਏ ਆ ਤੁਹਾਡੇ, ਜੁੱਤੀਆਂ ਵੀ ਹੈ ਨਹੀਂ ਸੀਗੀਆਂ। ਤੁਸੀਂ ਜਦੋਂ ਪਹੁੰਚੇ ਆ ਜਰਮਨ ਪਹੁੰਚੇ, ਜਰਮਨ ਤੋਂ ਫਿਰ ਤੁਹਾਨੂੰ ਡਿਪੋਰਟ ਕਰ ਦਿੱਤਾ। ਜਰਮਨ ਤੋਂ ਫਿਰ ਡਿਪੋਰਟ ਕਰ ਦਿੱਤਾ। ਇਹਦੇ ਬਾਰੇ ਥੋੜਾ ਜਿਹਾ ਸ਼ਾਰਟ 'ਚ ਦੱਸੋ। ਹਾਂਜੀ ਸ਼ਾਰਟ ਮੈਂ ਤੁਹਾਨੂੰ ਦੱਸਦਾ, ਜਦੋਂ ਅਸੀਂ ਫਿਰ ਸਿੰਗਾਪੁਰ ਤੋਂ ਡਿਪੋਰਟ ਹੋ ਗਏ ਨਾ, ਫਿਰ ਏਜੰਟ ਨੇ ਕਿਹਾ ਵੀ ਹੁਣ ਗੇਮ ਚੱਲਦੀ ਆ, ਆਪਾਂ ਮਾਸਕੋ ਤੋਂ ਤੁਹਾਨੂੰ ਨਾ ਯੂਰਪ ਪਾੜਾਂਗੇ। ਉਦੋਂ ਐਰੋਫਲੋਟ 에ਅਰਲਾਈਨ ਚੱਲਦੀ ਹੁੰਦੀ ਸੀ, 2004 ਦੀ ਗੱਲ ਆ, 3 ਜਾਂ 4 ਦੀ 4 ਦੀ ਗੱਲ ਆ ਮੇਰੇ ਖਿਆਲ, ਹਾਂ 4 ਦੀ ਗੱਲ ਆ। ਐਰੋਫਲੋਟ ਦੇ ਵਿੱਚ ਅਸੀਂ ਮਾਸਕੋ ਆਏ, ਮਾਸਕੋ ਸਾਨੂੰ ਲਾਇਆ। ਮਾਸਕੋ ਤੋਂ ਤੁਰ ਕੇ ਅਸੀਂ ਨਾ ਜਿੱਦਾਂ ਗੱਡੀਆਂ 'ਚ ਜਾਂਦੇ, ਮਾਸਕੋ ਤੋਂ ਕੀਪ ਬਹੁਤ ਦੂਰ ਆ, ਬਾਕੀ ਬਾਡੇ ਬਾਰਡਰ ਬਹੁਤ ਆਉਂਦੇ ਰਾਤਾਂ ਨੂੰ, ਸਾਨੂੰ ਨਹੀਂ ਪਤਾ ਕਿਹੜੇ ਕਿਹੜੇ ਸ਼ਹਿਰਾਂ 'ਚੋਂ ਲੈ ਕੇ ਗਏ। ਥੋੜ੍ਹਾ ਚਿਰ ਉੱਥੇ ਰਹੇ, ਜਿੱਦਾਂ ਗਾਹਾਂ ਡੌਂਕਰ ਨੇ ਕਹਿਣਾ ਫਿਰ ਰੁਕ ਜਾਓ, ਹਜੇ ਮੂਹਰੇ ਬਾਰਡਰ ਖਾਲੀ ਨਹੀਂ, ਕੋਈ ਵੀਜ਼ਾ ਨਹੀਂ, ਕੋਈ ਕੁਛ ਨਹੀਂ, ਸਿਰਫ ਰਾਤ ਨੂੰ ਅਸੀਂ ਕ੍ਰੋਸ ਕਰਨਾ। ਵੀ ਅੱਜ ਡੌਂਕਰ ਮੂਹਰੇ ਹੈ ਨਹੀਂ, ਕੋਈ ਗੱਲ ਨਹੀਂ, ਤੁਸੀਂ ਰੁਕ ਜਾਓ। ਇਹ ਹਿਸਾਬ ਲਾ ਲਓ ਵੀ ਸਾਨੂੰ ਘੱਟੋ ਘੱਟ ਵੀ ਉੱਥੇ 6 ਮਹੀਨੇ ਨਾ ਸਾਨੂੰ ਸਿਰਫ ਇਹ ਦੂਜੇ ਤੱਕ ਆਪਾਂ ਜਿਹੜੇ ਆਏ ਆ, ਮਾਸਕੋ ਤੋਂ ਤੁਰੇ ਆ, ਮਾਸਕੋ ਤੋਂ ਆਏ ਆ ਅਸੀਂ ਕੀਪ ਸਾਨੂੰ 6 ਮਹੀਨੇ ਲੱਗ ਗਏ ਆਉਂਦੇ ਨੂੰ। ਮੰਨ ਲਓ ਕਿਤੇ ਪਿੱਛੇ ਮੁੜ ਜਾਣਾ, ਨਾ ਰੋਟੀ, ਜੂਆਂ ਪੈ ਗਈਆਂ ਸਾਡੇ ਸਾਰਿਆਂ ਦੇ, ਬੁਰੇ ਹਾਲਾਤ ਇੱਦਾਂ ਦੇ, ਐਡੇ ਪਾਨ ਦੇਣੇ ਏਜੰਟਾਂ ਨੇ, ਹੈ ਨਾ। ਹੁਣ 9 ਤਾਂ ਏਜੰਟਾਂ ਦੇ ਜਾਣਦੇ, ਪਰ ਨਹੀਂ, ਚਲੋ ਆਪਾਂ ਨਹੀਂ ਸ਼ੇਅਰ ਕਰਦੇ ਕਿ ਨਾ, ਪਰ ਉਦੋਂ ਜਦੋਂ ਨਹੀਂ ਸਾਨੂੰ 6-6 ਮਹੀਨੇ ਭੁੱਖੇ ਜੂਆਂ ਪੈ ਗਈਆਂ, ਇੱਕੋ ਹੀ ਕੱਪੜੇ ਪਾਏ ਰੱਖੇ ਉਹੀ ਜਿੱਦਾਂ। ਜਦੋਂ ਫਿਰ ਅਸੀਂ ਕੀਪ ਪਹੁੰਚੇ, ਕੀਪ ਤੋਂ ਸਾਨੂੰ ਫਿਰ ਪੋਲੈਂਡ ਉਦੋਂ ਯੂਰਪ ਦੇ ਵਿੱਚ ਨਹੀਂ ਸੀ। ਪੋਲੈਂਡ ਉਦੋਂ ਯੂਰਪ ਦੇ ਵਿੱਚ ਨਹੀਂ ਸੀਗੇ। ਪੋਲੈਂਡ ਤੋਂ ਸਾਨੂੰ ਨਹੀਂ ਜਰਮਨ ਫਿਰ ਉਹ ਨਹੀਂ ਬਣਨਾ ਸੀ, ਅਤੇ ਪੋਲੈਂਡ ਤੋਂ ਜਰਮਨ ਜਿਹਦੇ ਇੱਕ ਨਹਿਰ ਆ, ਨਹਿਰ ਦੇ ਵਿੱਚੋਂ ਉਹਨੇ ਫਿਰ ਇੱਦਾਂ ਕਰ ਰੱਸੀ ਪਾਈ ਸੀ, ਅਤੇ ਉਹਦੇ ਪਰ ਉਹਨੇ ਕਿਹਾ ਸੀ ਵੀ ਤੁਸੀਂ ਨਾ ਕਿ ਇੱਦਾਂ ਦੂਜੇ ਪਾਸੇ ਜਾਣਾ ਅਤੇ ਪਰਲੇ ਪਾਸੇ ਜਰਮਨ ਆ। ਉਹ ਜਦੋਂ ਅਸੀਂ ਨਹਿਰ ਕ੍ਰੋਸ ਕੀਤੀ ਆ, ਹੈ ਨਾ, ਅਤੇ ਨਹਿਰ ਕ੍ਰੋਸ ਕੀਤੀ ਆ, ਪਰਲੇ ਪਾਸੇ ਜਰਮਨ ਵਾਲੇ ਨੇ ਫੜਿਆ, ਚੱਕ ਕੇ ਫੁੱਟ ਕਰਤੇ। ਦੇਖੋ ਇੰਨੇ ਦਿਨ ਤਸ਼ੱਦਦ ਸਹੀ, ਤੁਰ ਕੇ ਗਏ, ਕਿੰਨੇ ਬਾਰਡਰ ਪਾਰ ਕੀਤੇ, ਦਿਨ ਰਾਤ ਇੱਕ ਕੀਤੀ, ਭੁੱਖੇ ਰਹੇ। ਜਦੋਂ ਖੁਸ਼ੀ ਦੀ ਕਿਰਨ ਜਾਗੀ ਤੇ ਜਰਮਨ ਪਹੁੰਚੇ, ਤੇ ਜਰਮਨ ਵਾਲਿਆਂ ਨੇ ਫਿਰ ਚੱਕ ਕੇ ਡਿਪੋਰਟ ਕਰ ਦਿੱਤਾ, ਕਿਉਂਕਿ ਅਨਲੀਗਲ ਹੀ ਹੁੰਦਾ ਵਾ, ਲੀਗਲ ਹੀ ਹੁੰਦਾ ਵਾ। ਕਿਉਂਕਿ ਹਰ ਇੱਕ ਬੰਦਾ ਉਸ ਵੇਲੇ ਇੱਕੋ ਹੀ ਸੀਗੀ ਕਿ ਪਹੁੰਚ ਕੇ ਜਾ ਕੇ ਕੰਮ ਕਰ ਲੱਗਾਂਗੇ, ਪੈਸਾ ਕਮਾ ਕੇ ਆਪਣਾ ਘਰ। ਅਤੇ ਤੁਸੀਂ ਅੱਗੇ ਮੈਨੂੰ ਦੱਸਿਆ ਸੀਗਾ ਕਿ ਇੱਕ ਸ਼ਿਪ ਦੇ ਵਿੱਚ ਬੇੜੀ ਦੇ ਵਿੱਚ ਵੀ ਰਹੇ 3 ਦਿਨ ਤੱਕ, ਰੋਟੀ ਪਾਣੀ ਤੋਂ ਵੀ ਬਿਨਾਂ ਹਾਲ, ਬੁਰਾ ਹਾਲ, ਕੱਪੜੇ ਲੀੜੇ, ਬਿਲਕੁਲ ਕਿ ਜਿੱਦਾਂ ਸਰੀਰ ਦੇ ਵਿੱਚ ਵੀ ਖੁਰਕ ਪੈਣ ਵਾਲਾ ਹਾਲ ਹੋਇਆ ਜੀ। ਅਸੀਂ ਸ਼ਿਪ ਦੇ ਵਿੱਚ 3 ਦਿਨ ਰਹੇ, ਅਸੀਂ ਰੋਟੀ ਪਾਣੀ ਕੋਈ ਨਹੀਂ, ਕਾਲਿਆਂ ਦੇ ਨਾਲ ਅਨਲੀਗਲ ਇੱਧਰ ਉੱਧਰ ਹੁੰਦੇ ਸੀਗੇ, ਅਤੇ ਕਾਲਿਆਂ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਸਾਡੇ ਵੀ ਕਿਸੇ ਵੇਲੇ ਇਹ ਵੀ ਲੱਗਦਾ ਸੀਗਾ ਕਿ ਅੱਜ ਨਹੀਂ ਤਾਂ ਕੱਲ੍ਹ ਨੂੰ ਮੌਤ ਆ ਜਾਣੀ, ਲੱਗਦਾ ਘਰੇ ਲਾਸ਼ ਵੀ ਨਹੀਂ ਪਹੁੰਚਣੀ। ਬਿਲਕੁਲ ਭਾਅ ਜੀ, ਇੱਦਾਂ ਹੀ ਲੱਗਦਾ ਸੀ ਜਦੋਂ ਅਸੀਂ ਨਾ ਮਾਸਕੋ ਤੋਂ। ਇਹ ਵੀ ਤੁਹਾਨੂੰ ਦੱਸਦਾ ਵੀ ਜਦੋਂ ਇੱਦਾਂ ਦੇ ਹਾਲਾਤ ਹੁੰਦੇ ਸੀ ਨਾ, ਐਂ ਲੱਗਦਾ ਸੀ ਜਦੋਂ ਡੌਂਕਰ ਰਾਤ ਨੂੰ ਲੈ ਕੇ ਜਾਂਦੇ ਸੀ, ਉਹਨਾਂ ਦਾ ਇਹ ਨਹੀਂ ਪਤਾ ਸੀ ਵੀ ਇਹ ਨਹੀਂ ਗੱਡੀ ਨਹਿਰ 'ਚ ਸਿੱਟ ਦੇਣੀ ਭਰਿਆਂ ਦੀ, ਜਾਂ ਨਹੀਂ ਲੈ ਕੇ ਜਾਣਾ ਕਿਤੇ। ਕਿਉਂ ਉਹਨਾਂ ਨੂੰ ਵੀ ਇਹੀ ਹੁੰਦਾ, ਡਰ ਹੁੰਦਾ ਵੀ ਆਪਾਂ ਫੜਨਾ ਹੋ ਜਾਈਏ, ਚੱਕ ਕੇ ਜਿੱਧਰ ਨੂੰ ਆਉਂਦੇ ਚੱਕ ਕੇ ਪਰਾਂ ਮਾਰੀਏ ਇਹਨਾਂ ਨੂੰ। ਉਹ ਇੱਕ ਜਿੱਦਾਂ ਉਹਨਾਂ ਦਾ ਆਪਣਾ ਬਿਜ਼ਨਸ ਆ, ਪਰ ਸਾਡੀ ਤਾਂ ਜਾਨ 'ਤੇ ਬਣੀ ਆ, ਭੁੱਖਣ ਪਾੜੇ। ਸਾਨੂੰ ਤਾਂ ਇਹ ਵੀ ਨਹੀਂ ਪਤਾ ਗੱਡੀਆਂ 'ਚ ਬਿਠਾ ਲਿਆ ਅੰਦਰ, ਅਸੀਂ ਕਿੱਥੇ ਨੂੰ ਜਾ ਰਹੇ ਹਾਂ। ਇੱਕ ਉੱਦਾਂ ਇੱਦਾਂ ਪਤਾ ਲੱਗਦਾ ਵੀ ਗੱਡੀ ਚੱਲਦੀ ਹੈ, ਜਾਂਦੇ ਆ, ਅਤੇ ਇੱਦਾਂ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਆ ਭਾਅ ਜੀ। ਬਹੁਤ ਸਾਰੇ ਪੰਜਾਬੀ ਉਹਨਾਂ ਦਿਨਾਂ ਦੇ ਵਿੱਚ ਮੌਤਾਂ ਹੋਈਆਂ, ਪਰਿਵਾਰਾਂ ਦੇ ਪੁੱਤਰ ਜਿਨ੍ਹਾਂ ਦੀਆਂ ਲਾਸ਼ਾਂ ਵੀ ਪਰਿਵਾਰਾਂ ਤੱਕ ਨਹੀਂ ਪਹੁੰਚੀਆਂ। ਬਹੁਤ ਸਾਰੀਆਂ ਸਾਨੂੰ ਕਾਲਾਂ ਵੀ ਆਉਂਦੀਆਂ ਆ ਕਿ ਸਾਡਾ ਵੀਰ ਸੰਨ 2099 ਦੇ 95 ਦੇ 93 ਦੇ ਵਿੱਚ ਘਰੋਂ ਨਿਕਲਿਆ ਸੀ, ਪਰ ਵਾਪਸ ਘਰੇ ਨਹੀਂ ਪਰਤਿਆ, ਨਾ ਏਜੰਟ ਨੇ ਕੁਛ ਦੱਸਿਆ। ਵੀਰ ਨੇ ਬਹੁਤ ਸਾਰੇ ਵੀਰ ਇਹੋ ਜਿਹੇ ਦੇਖੇ ਜਿਨ੍ਹਾਂ ਵੀਰਾਂ ਨੂੰ ਬਾਅਦ ਵਿੱਚ ਨਹੀਂ ਦੇਖਿਆ ਗਿਆ, ਪਛਾਣਿਆ ਨਹੀਂ ਗਿਆ ਜਾਂ ਮਿਲੇ ਨਹੀਂ ਗਏ। ਕਿਉਂਕਿ ਬਹੁਤ ਸਾਰੇ ਜਦੋਂ ਤੁਰਦੇ ਆ ਘਰੋਂ, ਤੇ ਬਹੁਤ ਸਾਰੇ ਇਹੋ ਜਿਹੇ ਰਸਤੇ ਦੇ ਵਿੱਚ ਵੀ ਮਿਲਦੇ ਭੈਣ ਭਰਾ, ਬਹੁਤ ਤੇ ਬਹੁਤ ਦੁਖੀ ਵੀ ਮਿਲਦੇ ਆ, ਜਿਨ੍ਹਾਂ ਦੇ ਤਾਂ ਇਹਨਾਂ ਨਾਲੋਂ ਵੀ ਜ਼ਿਆਦਾ ਟਾਈਮ ਹੋ ਗਿਆ ਸੀ, ਤੇ ਜਿਹੜੇ ਉੱਥੇ ਰੋਂਦੇ ਸੀਗੇ ਸਾਨੂੰ ਕਿਸੇ ਤਰ੍ਹਾਂ ਵਾਪਸ ਭੇਜ ਦਿੱਤਾ ਜਾਵੇ। ਤੇ ਉਹਦੇ ਬਾਰੇ ਕੁਛ ਦੱਸੋ, ਕੁਛ ਇਹੋ ਜਿਹੇ ਵੀਰ ਸੀਗੇ ਜਿਹੜੇ ਤਰਲੇ ਮਾਰਦੇ ਸੀ ਪਰਿਵਾਰਾਂ ਨੂੰ ਜਾਂ ਸਾਨੂੰ, ਤੇ ਉਹਦੇ ਬਾਰੇ ਦੱਸੋ ਕੀ ਹੁੰਦਾ ਸੀ। ਹਾਂਜੀ, ਸਾਤੋਂ ਜਦੋਂ ਅਸੀਂ ਆਏ ਹੈ ਨਾ, ਸਾਤੋਂ ਪਹਿਲਾਂ ਵੀ ਸੀਗੇ ਬੰਦੇ, ਹੈ ਨਾ, ਉਹ ਇਹ ਕਹਿੰਦੇ ਸੀ ਵੀ ਯਾਰ ਸਾਡੀ ਤਾਂ ਹਜੇ ਲੱਗੀ ਨਹੀਂ ਡੋਂਕੀ, ਹੈ ਨਾ। ਪਰ ਜਦੋਂ ਅਸੀਂ ਉਹਨਾਂ ਦੇ ਹਾਲਾਤ ਦੇਖੇ, ਅਸੀਂ ਤਾਂ ਦੇਖ ਕੇ ਹਿਲ ਗਏ, ਕਿਉਂ ਏਜੰਟ ਪਾਸਪੋਰਟ ਤਾਂ ਲੈ ਹੀ ਜਾਂਦੇ ਸੀ, ਜਾਣਾ ਕਿੱਥੇ ਆ। ਅਤੇ ਬੜਾ ਜਾਣੀ ਉਹ ਦੱਸ ਦਿੰਦੇ ਵੀ ਅਸੀਂ ਤਾਂ ਭੁੱਖੇ ਹਾਂ, ਅਤੇ ਜਦੋਂ ਸਾਡੇ ਨਾਲ ਬਿਤਰੀ ਅੱਖਾਂ ਦੇ ਸਾਹਮਣੇ ਹੋਇਆ, ਸਾਡੇ ਨਾਲ ਹੋਇਆ, ਸਾਡੇ ਤਾਂ ਆਪ ਅੱਖਾਂ 'ਚੋਂ ਪਾਣੀ ਆ। ਜਦੋਂ ਤੁਹਾਨੂੰ ਪਤਾ ਲੱਗਾ ਤੁਹਾਡੇ ਨਾਲੋਂ ਪਹਿਲਾਂ ਜਿਹੜੇ ਸੀਗੇ ਕੁਛ ਉਹਨਾਂ ਦੇ ਵਿੱਚੋਂ ਮੌਤਾਂ ਹੋਈਆਂ ਆ ਕੁਛ ਇੱਦਾਂ, ਤਾਂ ਫਿਰ ਤੁਹਾਡੇ ਦਿਲ 'ਤੇ ਕੀ ਬਤੀਤ ਹੋਈ। ਦੇਖੋ ਜੀ, ਜਦੋਂ ਉਹਨੇ ਦੱਸਿਆ ਵੀ ਆਹ ਚੀਜ਼ ਇੱਦਾਂ ਹੋਈ ਹੈ ਨਾ, ਵੀ ਆਹ ਬੰਦੇ ਗਏ ਆ, ਅੱਧੇ ਪਹੁੰਚੇ ਅੱਧੇ ਨਹੀਂ ਪਹੁੰਚੇ, ਪਤਾ ਨਹੀਂ ਕਿੱਥੇ ਆ,
ਹੈ ਨਾ। ਪਰ ਦੇਖ ਕੇ ਡਰ ਤਾਂ ਲੱਗਦਾ, ਰੋਣਾ ਆਉਂਦਾ ਵੀ ਪੈਸੇ ਵੀ ਦਿੱਤੇ, ਮੌਤ ਵੀ ਖਰੀਦੀ ਆ, ਆਏ ਕਾਹਤੇ ਆ। ਪਰ ਜਦੋਂ ਇਹ ਚੀਜ਼ਾਂ ਸੀ ਉਹਨਾਂ ਕੋਲੋਂ ਸੁਣੀਆਂ ਸਾਰਿਆਂ ਕੋਲੋਂ, ਪਰ ਉਦੋਂ ਫੋਨ ਵੀ ਨਹੀਂ ਹੁੰਦੇ ਸੀ, ਨਾ ਸੋਸ਼ਲ ਮੀਡੀਆ ਜਿੱਦਾਂ ਅੱਜ ਕੱਲ੍ਹ ਆ, ਹੁੰਦਾ ਹੀ ਕੁਛ ਨਹੀਂ ਸੀ। ਨਾ ਕਿਤੇ ਚਿੱਠੀ ਜਾਣੀ, ਚਿੱਠੀ ਕਿੱਥੋਂ ਲਿਖਣੀ, ਕਿਹੜੇ ਡਾਕ 'ਚ ਪਾਣੀ, ਕੋਈ ਪਤਾ ਥੋੜ੍ਹੀ ਹੁੰਦਾ ਸੀ। ਨਾ ਕੋਈ ਫੋਨ ਹੁੰਦਾ ਸੀ, ਕਦੇ ਕੋਈ ਸਰਪੰਚ ਦੇ ਹੁੰਦਾ ਸੀ ਫੋਨ, ਕਿਤੋਂ ਏਜੰਟ ਨੇ ਫੋਨ ਕਰਾਉਣਾ, 6 ਮਹੀਨੇ ਘਰਦਿਆਂ ਨਾਲ ਗੱਲ ਕਰਨੀ, ਬੰਦਾ ਤੁਹਾਡਾ ਜਿੰਦਾ ਆ, ਵੀ ਮਰਿਆ ਨਹੀਂ ਹੈਗਾ ਆ ਦੇਖ ਲਓ ਹੈਗਾ ਜੀ, ਗੱਲ ਕਰ ਲਈ 6 ਮਹੀਨੇ ਗੱਲ ਨਹੀਂ ਸੀ ਹੁੰਦੀ। ਅੱਜ ਕੱਲ੍ਹ ਤਾਂ ਸਿਸਟਮ ਹੀ ਤੁਹਾਨੂੰ ਪਤਾ ਬਹੁਤ ਚੇਂਜ ਆ, ਜਦੇ ਪਤਾ ਲੱਗ ਜਾਂਦਾ ਵੀ ਅਸੀਂ ਕਿੱਥੇ ਆ ਕਿੱਦਾਂ। ਅੱਗੇ ਤਾਂ ਹਾਲਾਤ ਹੀ ਬਹੁਤ ਹੋਰ ਹੁੰਦੇ ਸੀ ਭਾਜੀ, ਬੜੇ ਜਾਣੀ ਅਸੀਂ ਤਾਂ ਜਿਹੜੇ ਦਰਦ ਹਟਾਉਣ ਆਏ, ਸਾਡੇ ਤੋਂ ਜਿਹੜੇ ਵੀਰ ਸਾਡੇ ਨਾਲ ਤੁਰੇ ਸੀ, ਕਈ ਤਾਂ ਲੱਭੇ ਹੀ ਨਹੀਂ ਕਿੱਥੇ ਚਲੇ ਗਏ। ਸ਼ਕਲਾਂ ਚੇਤੇ ਆ ਪਰ ਪਤਾ ਨਹੀਂ ਕਿੱਥੇ ਦੇ ਉਹ, ਕਿੱਦਾਂ ਸੀ ਕਿੱਦਾਂ ਨਹੀਂ। ਕੋਈ ਆਪਸ ਵਿੱਚ ਏਜੰਟ ਗੱਲ ਨਹੀਂ ਸੀ ਕਰਨ ਦਿੰਦੇ ਹੁੰਦੇ ਕਿਸੇ ਨੂੰ, ਫਿਰ ਤੁਸੀਂ ਆਪਸ ਵਿੱਚ ਗੱਲ ਨਹੀਂ ਕਰਨੀ, ਨਾ ਤੁਸੀਂ ਕਿਸੇ ਨੂੰ ਦੱਸਣਾ ਵੀ ਅਸੀਂ ਕਿੱਥੇ ਲੈ ਆਏ ਹਾਂ ਕਿੱਥੇ ਨਹੀਂ, ਚੁੱਪ। ਜੇ ਤੁਸੀਂ ਜ਼ਿਆਦਾ ਗੱਲਾਂ ਕਰੋਗੇ ਫਿਰ ਤੁਹਾਨੂੰ ਅਲੱਗ ਕਰ ਦੇਣਾ, ਇਹਨੂੰ ਉੱਧਰ ਭੇਜ ਦੇਣਾ, ਜਾਣੀ ਉਹਨੇ ਡਰਾ ਕੇ ਰੱਖਣਾ। ਤੇ ਡਰਾ ਕੇ ਰੱਖਣਾ ਤੇ ਬਸ ਅੰਦਰੇ ਬਹਿ ਕੇ ਰੋਈ ਜਾਣਾ, ਤੇ ਕੀ ਕਰਨਾ ਹੋਰ, ਕਿੱਥੇ ਜਾਣਾ। ਤੇ ਬਾਅਦ ਵਿੱਚ ਜਦੋਂ ਤੁਸੀਂ ਦੱਸਿਆ ਕਿ ਜਰਮਨ ਤੋਂ ਡਿਪੋਰਟ ਹੋਏ, ਤੇ ਫਿਰ ਦੁਬਾਰਾ ਕਿੱਦਾਂ ਪਹੁੰਚੇ ਉਹਦੇ ਬਾਰੇ? ਹਾਂਜੀ ਜਦੋਂ ਫਿਰ ਮੈਂ ਜਰਮਨ ਤੋਂ ਡਿਪੋਰਟ ਹੋਇਆ ਜੀ, ਜਰਮਨ ਤੋਂ ਡਿਪੋਰਟ ਹੋਇਆ ਤੇ ਘਰਦਿਆਂ ਨੂੰ ਵੀ ਪਤਾ ਲੱਗ ਗਿਆ ਵੀ ਦੱਸੀ ਉਹਨਾਂ ਨਾਲ ਗੱਲ, ਫਿਰ ਦਿੱਲੀ ਰਿਹਾ ਤੇ ਘਰਦਿਆਂ ਦੀਆਂ ਵੀ ਅੱਖਾਂ 'ਚੋਂ ਪਾਣੀ ਬਹੁਤ ਆ ਗਿਆ ਵੀ ਉਹ ਵੀ ਕਹਿਣ ਵੀ ਕਾਕਾ ਤੂੰ ਕਿੱਦਾਂ ਹੋ ਗਈ ਹੈ ਨਾ, ਵੀ ਅਸੀਂ ਤਾਂ ਪੈਸੇ ਵੀ ਇੰਨੇ ਚੱਕੇ, ਮੈਨੂੰ ਕਿਉਂ 5 ਸਾਲ ਹੋ ਗਏ, 4 ਸਾਲ ਹੋ ਗਏ ਸੀ ਮੈਨੂੰ ਧੱਕੇ ਖਾਂਦੇ ਨੂੰ ਉਦੋਂ। ਤੇ ਘਰਦਿਆਂ ਨਾਲ ਰਿਹਾ, ਚਲੋ ਠੀਕ ਆ, ਘਰਦਿਆਂ ਨੇ ਕਰਦਾ, ਮੇਰਾ ਵੀ ਮਨ ਨਹੀਂ ਲੱਗਣਾ ਕਿ ਮੈਂ ਘਰਦਿਆਂ ਦੇ ਕਿੰਨੇ ਪੈਸੇ ਪਤਾ ਨਹੀਂ ਮੇਰੀ ਵਜ੍ਹਾ ਕਰਕੇ ਖਰਾਬ ਹੋ ਗਏ ਨਾ। ਮਾਂ ਸਾਡੀ ਨੇ ਵੀ ਉਹੀ ਗੱਲ ਦੇਖਣੀ ਸੋਚਣੀ ਹੈ ਨਾ, ਮਾਂ ਦੀਆਂ ਅੱਖਾਂ 'ਚ ਵੀ ਹੰਝੂ ਆਣੇ ਕਿ ਮੇਰਾ ਪੁੱਤ ਕਿਹੜੇ ਕੰਮ ਲਈ ਗਿਆ ਤੇ ਕੀ ਬਣ ਗਿਆ ਹੈ ਨਾ, ਕੀ ਭਾਣਾ ਹੋ ਗਿਆ ਦੱਸੋ ਹੈ ਨਾ। ਤੇ ਮਾਂ ਨੇ ਅੱਖਾਂ 'ਚੋਂ ਹੰਝੂ ਆਣੇ ਤੇ ਮਾਂ ਵੀ ਬਿਮਾਰ ਰਹਿਣ ਲੱਗ ਪਈ, ਇਹੀ ਚੀਜ਼ਾਂ 'ਚ ਦੇਖਣ 'ਚ ਮਾਂ ਵੀ ਬਿਮਾਰ ਰਹਿਣ ਲੱਗ ਪਈ। ਤੇ ਮੇਰਾ ਵੀ ਦਿਲ ਕੀਤਾ, ਮੈਂ ਕਿਹਾ ਮਨ ਦੁਖੀ ਹੋ ਗਿਆ। ਮੈਂ ਫਿਰ ਗੁਰੂ ਘਰ ਚਲ ਗਿਆ, ਘਰ ਛੱਡ ਕੇ ਬਾਬਾ ਜੀ ਮੈਂ ਗੁਰੂ ਘਰ ਦੇ ਮੈਨੂੰ ਕਹਿ ਰਹੇ ਘਰ ਰਹਿ ਤੂੰ ਕਾਹਤੇ, ਜਿੱਦਾਂ ਚਲ ਗਿਆ ਮੈਂ ਗੁਰੂ ਘਰ ਚਲ ਗਿਆ। ਮੈਂ ਕਿਹਾ ਕੁਛ ਨਹੀਂ, ਬਸ ਖਤਮ ਹੈ ਜ਼ਿੰਦਗੀ ਤੇ ਕਾਹਨੂੰ ਕੁਛ ਨਹੀਂ। ਮੈਂ ਘਰਦਿਆਂ ਨੂੰ ਕਿਹਾ ਚਲੋ ਠੀਕ ਆ, ਜੋ ਮੇਰੇ ਹਿੱਸਿਆਂ ਦਾ ਤੁਸੀਂ ਮੈਨੂੰ ਨਾ ਦਿਓ, ਜੇ ਹੁੰਦਾ ਹੀ ਆ ਦੇਖੋ ਸਾਰਿਆਂ ਦੇ ਭੈਣਾਂ ਭਰਾਵਾਂ 'ਚ ਇਹ ਚੀਜ਼ਾਂ ਹੁੰਦੀਆਂ ਹੈ ਨਾ, ਕਿਉਂ ਬਾਕੀ ਦੂਈ ਭਰਾ ਵੀ ਆ ਜਿੱਦਾਂ ਸੀਗੇ ਸਾਰੇ ਹੈ ਨਾ। ਤੇ ਮੈਂ ਗੁਰੂ ਘਰ ਰਿਹਾ ਜੀ ਫਿਰ 1.5 ਸਾਲ ਮੈਂ ਗੁਰੂ ਘਰ ਰਿਹਾ, ਮਹਾਰਾਜ ਦੇ ਅੱਗੇ ਰੋਜ਼ ਅਰਦਾਸ ਕਰਨੀ ਕਿ ਵਾਹਿਗੁਰੂ ਕੇ ਐਡਾਂ ਦੇ ਕਿਹੜੇ ਕਰਮ ਕਰ ਦਿੱਤੇ ਵੀ ਇੰਨੇ ਧੱਕੇ ਖਾਦੇ ਆ, ਕਿੱਥੋਂ ਮਾੜਾ ਕਰਦਾ ਸੀ ਹੈ ਨਾ। ਤੇ ਉਸ ਤੋਂ ਬਾਅਦ ਫਿਰ ਇੱਦਾਂ ਹੀ ਜਿੱਦਾਂ ਗੱਲ ਏਜੰਟ, ਮੈਨੂੰ ਪਤਾ ਲੱਗਾ ਵੀ ਉਹ ਏਜੰਟ ਮੁੜ ਕੇ ਆਇਆ। ਤੇ ਏਜੰਟ ਮੁੜ ਕੇ ਆਇਆ ਤੇ ਅਸੀਂ ਉਹਨੂੰ, ਮੈਨੂੰ ਕਿਸੇ ਬੰਦੇ ਨੇ ਦੱਸਿਆ ਵੀ ਤੁਹਾਡਾ ਏਜੰਟ ਮੁੜ ਕੇ ਆਇਆ। ਤੇ ਮੈਂ ਜਿੱਥੇ ਡੇਰੇ ਰਹਿੰਦਾ ਸੀ, ਮੈਂ ਉਹਨਾਂ ਆਪਣੇ ਵੀਰਾਂ ਨਾਲ ਭਰਾਵਾਂ ਨਾਲ ਉਹਨਾਂ ਨਾਲ ਸਲਾਹ ਕੀਤੀ, ਉਹਨੇ ਮੇਰੀ ਬਹੁਤ ਮਦਦ ਕੀਤੀ। ਡੇਰੇ ਵਾਲਿਆਂ ਬਾਬਾ ਜੀ ਨੇ, ਸੰਤ ਬਾਬਾ ਮਨਜੀਤ ਸਿੰਘ ਜੀ ਉਹਨਾਂ ਨੇ ਬਹੁਤ ਮਦਦ ਕੀਤੀ ਮੇਰੀ। ਉਹਨੇ ਮੈਨੂੰ ਕਿਹਾ, ਮੈਂ ਕਿਹਾ ਬਾਬਾ ਜੀ ਵੀ ਇੱਦਾਂ, ਤੇ ਬਾਬਾ ਜੀ ਕਹਿੰਦੇ ਠੀਕ ਆ ਤੁਸੀਂ ਕਰੋ ਨਾ, ਕੋਸ਼ਿਸ਼ ਕਰੋ। ਉਹਨੇ ਥਾਪੜਾ ਦਿੱਤਾ, ਕੋਈ ਗੱਲ ਨਹੀਂ, ਹੌਸਲਾ ਨਹੀਂ ਛੱਡੀ ਦਾ, ਤੇ ਜਾਨ ਜਿੱਦਾਂ ਬਾਬਾ ਜੀ ਨੇ ਪੂਰੀ ਪਾਤੀ ਹੈ ਨਾ। ਤੇ ਅਸੀਂ ਫਿਰ ਉਸ ਏਜੰਟ ਨੂੰ ਲੱਭਿਆ, ਮੁੜ ਕੇ ਏਜੰਟ ਫੜ ਲਿਆ ਜੀ, ਏਜੰਟ ਫੜ ਲਿਆ, ਅਸੀਂ ਚੱਕ ਕੇ ਲਿਆਂਦਾ। ਫਿਰ ਚਲੋ ਜਿੱਦਾਂ ਹੁਣ ਤੁਹਾਨੂੰ ਪਤਾ ਹੈ ਅਸੀਂ ਵੀ ਕਿਹੜੇ ਹਾਲਾਤ 'ਚ ਹਨ, ਸਿਰੇ 'ਤੇ ਮੁੜੇ ਸੀ ਜਿੱਦਾਂ ਹੈ ਨਾ। ਤੇ ਜਦੋਂ ਏਜੰਟ ਉਹ ਲਿਆਂਦਾ ਤੇ ਉਹ ਕਹਿੰਦਾ ਮੈਂ ਤੁਹਾਡਾ ਵੀਜ਼ਾ ਲਵਾਂਗਾ। ਫਿਰ ਉਸ ਏਜੰਟ ਨੇ ਸਾਡਾ ਨਾ ਜੀ ਵੀਜ਼ਾ ਲਵਾਇਆ ਫਰਾਂਸ ਦਾ, ਤੇ ਫਰਾਂਸ ਦਾ ਵੀਜ਼ਾ ਲਵਾਇਆ ਤੇ ਸਿੱਧਾ ਹੀ ਲਵਾਤਾ ਫਿਰ, ਕਿਉਂ ਵੀਜ਼ੇ ਬਹੁਤ ਲੱਗੇ ਸੀ ਸਾਡੇ ਕੰਟਰੀਆਂ ਦੇ ਜਿੱਦਾਂ ਹੈ ਨਾ। ਤੇ ਉਹ ਜਿੱਦਾਂ ਟੂਰ ਐਟ ਕਰਕੇ ਕੋਈ ਤੇ ਗੇਮ ਆਤਾ ਹੀ ਉਹਨੂੰ ਵੀਜ਼ਾ ਲਵਾਤਾ ਸਾਡਾ, ਪੈਸੇ ਲਏ ਉਹਨੂੰ ਹੋਰ ਸਾਥੋਂ ਪੈਸੇ ਲਏ ਆ। ਤੇ ਉਹ ਮੇਰੀ ਜਿੱਦਾਂ ਘਰਦਿਆਂ ਨੇ ਤਾਂ ਫਿਰ ਜਿੱਦਾਂ ਹੈ ਹੀ ਨਹੀਂ ਸੀ, ਫਿਰ ਮੇਰੇ ਕਿਸੇ ਵੀਰ ਭਰਾ ਨੇ ਮਦਦ ਕੀਤੀ, ਤਾਏ ਦੇ ਮੁੰਡੇ ਨੇ ਨਾ, ਤੇ ਉਹਨੂੰ ਪੈਸੇ ਦਿੱਤੇ, ਵੀਜ਼ਾ ਲੱਗ ਗਿਆ ਹੈ ਨਾ। ਫਿਰ ਅਸੀਂ ਫਰਾਂਸ ਆਏ। ਪਰ ਭਾਜੀ ਜਦੋਂ ਮੈਂ ਫਰਾਂਸ ਉਤਰਿਆ ਨਾ, ਤੇ ਉਹਨੇ ਜਿਹਦੇ ਮੇਰੇ ਪਾਸਪੋਰਟ 'ਤੇ ਵੀਜ਼ੇ 'ਤੇ ਦੇਖਿਆ ਨਾ, ਤੇ ਉਹਨੇ ਮੈਨੂੰ ਉਸੇ ਵੇਲੇ ਫਿਰ ਡਿਪੋਰਟ ਕਰਤਾ ਫਰਾਂਸ। ਵਾਹਿਗੁਰੂ 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 ਵਾਹਿਗੁਰੂ। ਭਾਜੀ ਮੈਂ 3 ਵਾਰੀ ਡਿਪੋਰਟ ਹੋਇਆ, ਕੋਈ ਝੂਠ ਨਹੀਂ। ਜਿੱਥੇ ਪਿੰਡ ਜਿੱਦਾਂ ਮੱਖਣ ਸਿੰਘ ਗੋਲੀਆਂ ਲਿਖੇ ਨਾ, ਗੋਲੀਆਂ ਵਾਹਿਗੁਰੂ ਮੇਰਾ ਪਿੰਡ ਆ ਹੈ ਨਾ। ਕਿਹੜਾ ਜ਼ਿਲ੍ਹਾ ਕਿੱਥੇ ਆ? ਜ਼ਿਲ੍ਹਾ ਮੇਰਾ ਹੁਸ਼ਿਆਰਪੁਰ ਆ, ਨਵਾਂ ਸ਼ਹਿਰ ਪੈਂਦਾ ਜੀ ਹੁਣ, ਹੁਸ਼ਿਆਰਪੁਰ ਨਵਾਂ ਸ਼ਹਿਰ ਜਿੱਦਾਂ ਐਨ ਦੂਜੇ 'ਤੇ ਆ। ਅੱਛਾ, ਉਸ ਤੋਂ ਬਾਅਦ ਗੋਲੀਆਂ ਮੇਰਾ ਪਿੰਡ ਆ, ਤਹਿਸੀਲ ਗੜਸ਼ੰਕਰ ਆ ਜੀ। ਹਾਂਜੀ, ਕਦੇ ਵੀ ਕੋਈ ਕਿਉਂ ਵੀਰ ਉਹਨਾਂ ਨੇ ਸੁਣਨਾ ਹੀ ਆ, ਕਿਉਂ ਸਾਡੇ ਜ਼ਿਲ੍ਹੇ ਦੇ ਵੀ ਬਥੇਰੇ ਹੋਣੇ ਹਨ, ਸੁਣੂਗੇ ਦੇਖੂਗੇ, ਜਾਣਦੇ ਵੀ ਵੀਰ ਬਹੁਤ ਹਨ। ਤੇ ਉਸ ਤੋਂ ਬਾਅਦ ਜਦੋਂ ਡਿਪੋਰਟ ਹੋਇਆ ਨਾ, ਫਿਰ ਤੇ ਦੇਖੋ ਮਹਾਰਾਜ ਦਾ ਕੁਦਰਤ ਦਾ ਇੱਦਾਂ ਦਾ ਕਰਿਸ਼ਮਾ, ਜਦੋਂ ਮੈਨੂੰ ਨਹੀਂ ਡਿਪੋਰਟ ਕੀਤਾ, ਜਦੋਂ ਮੈਂ ਦਿੱਲੀ ਉਤਰਿਆ ਨਾ, ਮੇਰੀ ਐਮੀਗ੍ਰੇਸ਼ਨ ਹੋਈ, ਪਰ ਇਹਨੀ ਡਿਪੋਰਟ ਕੀਤਾ ਪਰ ਮੇਰੇ ਮੋਹਰ ਨਹੀਂ ਲਾਈ। ਉਹਨੇ ਇੱਕ ਐਲੀਗੇਟ ਲਾਤਾ ਵੀ ਅਸੀਂ ਤੇਰੇ ਨਾਲ ਸੈਟਿਸਫਾਈ ਨਹੀਂ ਹੈਗੇ, ਵੀ ਤੂੰ ਕੋਈ ਚੀਜ਼ਾਂ ਤੇਰੇ ਕੋਲ ਘੱਟ ਆ, ਦੁਬਾਰਾ ਤੂੰ ਟਿਕਟ ਲੈ ਕੇ ਆ ਸਕਦਾ। ਜਿਹੜਾ ਏਜੰਟ ਨੇ ਵੀਜ਼ਾ ਲਾਇਆ ਸੀ ਉਹ ਮਲਟੀਪਲ ਸੀ, ਪਰ ਉਸ ਮਹਾਰਾਜ ਨੇ ਦੇਖ ਲਓ ਵਾਹਿਗੁਰੂ ਦੇ ਇਹੀ, ਜਦੋਂ ਮੈਨੂੰ ਫਿਰ ਫਰਾਂਸ ਤੋਂ ਡਿਪੋਰਟ ਕੀਤਾ ਨਾ, ਤਾਂ ਮੈਂ ਤਾਂ ਇਹੀ ਚਾਹੁੰਦਾ ਸੀ ਕਿ ਜਿਹੜਾ ਜਹਾਜ਼ ਚੱਲਿਆ ਨਾ ਪਿੱਛੇ ਨੂੰ ਡਿੱਗੇ ਪਵੇ, ਕੰਮ ਹੀ ਖਤਮ ਹੋਵੇ, ਜਹਾਜ਼ ਹੀ ਡਿੱਗ ਜਾਵੇ, ਅਸੀਂ ਮਰੀਏ ਪਰੀਆ। ਕਿਹੜੇ ਕੰਮਾਂ 'ਚ ਪਏ ਆ ਨਾ, ਕਿੱਦਾਂ ਜਾਣੀ ਅੱਖਾਂ 'ਚੋਂ ਹੰਝੂ ਆ ਗਏ ਭਾਜੀ। ਉਸ ਲਈ ਐਂ ਸੋਚਦੇ ਲੋਕੀ ਕਹਿੰਦੇ ਸੀ ਘਰ ਪਹੁੰਚੀ, ਮੈਂ ਕਹਿੰਦਾ ਘਰ ਨਾ ਪਹੁੰਚਿਆ ਮੈਂ ਮਰ ਜਾ। ਪਰ ਉਦੋਂ ਜਦੋਂ ਅਸੀਂ ਫਿਰ ਉੱਥੇ ਪਹੁੰਚੇ ਨਾ, ਇੱਕ ਅਰਦਾਸ ਵਾਹਿਗੁਰੂ ਅੱਗੇ
ਕਿ ਮਾਲਕਾ ਕੋਈ ਸਾਡਾ ਵੀ ਸੋਚ ਕੇ ਤੇ ਇੰਨੇ ਮਾੜੇ ਹੀ ਕਰਮ ਕਿਹੜੇ ਕਰ ਦਿੱਤੇ ਆ। ਤੇ ਜਦੋਂ ਅਸੀਂ ਉੱਥੇ ਪਹੁੰਚੇ ਭਾਜੀ ਨਹੀਂ ਰਿਪੋਰਟ ਦੀ ਮੋਹਰ ਨਹੀਂ ਲਾਈ। ਜਦੋਂ ਉੱਥੇ ਪਹੁੰਚਿਆ ਤੇ ਉਹ ਦਿੱਲੀ ਵਾਲਿਆਂ ਨੇ ਦੇਖਿਆ ਕਾਹਤੇ ਮੁੜਿਆ, ਮੇਰੇ ਕੋਲ ਇੱਕੋ ਗੱਲ ਨਿਕਲ ਗਈ। ਮੈਂ ਕਿਹਾ ਜੀ ਮੇਰੇ ਤੋਂ ਸ਼ੋ ਮਨੀ ਹੈ ਨਹੀਂ ਸੀ। ਉਹਨੇ ਦਿੱਲੀ ਵਾਲਿਆਂ ਦਾ ਦੇਖਿਆ ਕੋ ਤੋਂ ਵਾਹਿਗੁਰੂ ਦੀ ਕਿਰਪਾ ਉਹਨੇ ਇੱਦਾਂ ਛੱਡਤਾ, ਉਹਨੇ ਮੋਹਰ ਲਾਈ, ਕਹਿੰਦਾ ਠੀਕ ਆ ਜਾ। ਫਿਰ ਮੈਂ ਏਜੰਟ ਨੂੰ ਉਹੀ ਪਾਸਪੋਰਟ ਦਿਖਾਇਆ, ਉਹ ਕਹਿੰਦਾ ਯਾਰ ਤੇਰੀ ਇੰਨੀ ਕਿਸਮਤ ਢਿੱਲੀ ਹੈ ਨਾ। ਉਹ ਏਜੰਟ ਕਹਿੰਦਾ ਚਲੋ ਸ਼ੁਕਰ ਕਰ ਕੁਛ ਨਹੀਂ ਹੋਇਆ, ਤੈਨੂੰ ਫਿਰ ਇਹ ਫਰਾਂਸ ਚੜਾਉਣਗੇ। ਪਰ ਮਲਟੀਪਲ ਵੀਜ਼ਾ ਸੀ। ਫਿਰ 10 ਦਿਨਾਂ ਬਾਅਦ ਫਿਰ ਮੈਨੂੰ ਅਲੱਗ ਫਲੈਟ ਦੇ ਵਿੱਚ ਹੋਰ ਫਲੈਟ ਫਿਰ ਮੈਂ ਆਇਆ। ਇਹ ਪਹਿਲਾਂ ਮੈਂ ਆਇਆ ਸੀ ਮਾਸਕੋ ਏਅਰਲਾਈਨ ਦੇ ਵਿੱਚ, ਫਿਰ ਮੈਨੂੰ ਉਹਨੂੰ ਫਰਾਂਸ ਏਅਰਵੇਜ਼ ਦੇ ਸਿੱਧਾ ਚੜਾਇਆ। ਜਦੋਂ ਫਿਰ ਦੁਬਾਰਾ ਮੈਂ 10 ਦਿਨਾਂ ਬਾਅਦ ਆਇਆ, ਫਿਰ ਮੈਨੂੰ ਫਰਾਂਸ ਨੇ ਐਂਟਰੀ ਵੀ ਦੇ ਦਿੱਤੀ। ਇਹਨਾਂ ਨੇ ਮਾਸਕੋ ਦੇ ਵਿੱਚ ਜੇਲ੍ਹ ਵੀ ਕੱਟੀ ਸੀ। ਹਾਂਜੀ, ਤੇ ਕਾਫੀ ਟਾਈਮ ਜੇਲ੍ਹ ਵੀ ਕੱਟੀਆਂ ਵਾ। ਕੁਛ ਬਹੁਤ ਸਾਰੀ ਸਟੋਰੀ ਬਹੁਤ ਜਿਹੜੀ ਆ ਇਹ ਹੱਡ ਬੀਤੀ ਆ, ਇਹ ਬਹੁਤ ਦਿਲਚਸਪ ਆ, ਕਿਉਂਕਿ ਮੈਂ ਪਹਿਲਾਂ ਵੀ ਸੁਣੀ ਆ। ਜਦੋਂ ਇਹਨਾਂ ਦੀ ਸੁਣੀ ਤੇ ਮੇਰੀਆਂ ਅੱਖਾਂ ਦੇ ਵਿੱਚੋਂ ਹੰਝੂ ਆਏ, ਤੇ ਮੈਂ ਜ਼ਰੂਰ ਮੈਂ ਕਿਹਾ ਵੀ ਹੋਰਾਂ ਵੀਰਾਂ ਨਾਲ ਇਹ ਜਿਹੜੀ ਆ ਦਾਸਤਾਨ ਜਿਹੜੀ ਆ ਸਾਂਝੀ ਕੀਤੀ ਜਾਵੇ। ਉਸ ਤੋਂ ਬਾਅਦ ਦੁਬਾਰਾ ਆਏ ਆ, ਦੁਬਾਰਾ ਇੱਥੇ ਸਪੇਨ ਵਿੱਚ ਪਹੁੰਚੇ ਆ। ਸਪੇਨ ਵਿੱਚ ਇਹਨਾਂ ਨੇ ਕਾਫੀ ਟਾਈਮ ਜਿਹੜਾ ਵਾ ਉਹ ਇੱਥੇ ਗੁਜ਼ਾਰਿਆ। ਇਹਦੇ ਵਿੱਚ 3-4 ਸਾਲ ਜਿਹੜੇ 5 ਸਾਲ ਕੱਚੇ ਰਹੇ ਆ। ਉਸ ਤੋਂ ਬਾਅਦ ਇਹਨਾਂ ਦੇ ਇੱਥੇ ਪੇਪਰ ਬਣੇ ਆ, ਮਾਰਕੀਟਾਂ 'ਚ ਕੰਮ ਕਰਦੇ ਰਹੇ ਆ। ਤੇ ਅੱਜ ਇਸ ਏਰੀਏ ਦਾ ਜਿਹੜਾ ਗੁਰੂ ਘਰ ਆ ਉੱਥੇ ਦੇ ਮੁੱਖ ਸੇਵਾਦਾਰ ਆ। ਤੇ ਇੱਥੇ ਦੀ ਵੀਰ ਖਾਲਸਾ ਟੀਮ ਜਿਹੜੀ ਆ ਵਰਕ ਕਰ ਰਹੀ ਆ, ਜਿਹੜੀ ਕਰੋਨਾ ਵਾਇਰਸ ਦੇ ਵਿੱਚ, ਜਿਨ੍ਹਾਂ ਨੇ ਪੰਜਾਬੀਆਂ ਨੂੰ ਭੁੱਖੇ ਨਹੀਂ ਸੌਣ ਦਿੱਤਾ। ਜਿਹੜੇ ਵੀਰਾਂ ਕੋਲ ਕੁਛ ਹੈ ਨਹੀਂ ਸੀ, ਰਾਸ਼ਨ ਹੈ ਨਹੀਂ ਸੀ, ਜਿਨ੍ਹਾਂ ਤੋਂ ਰਿਹਾਇਸ਼ ਨਹੀਂ ਸੀ ਜਾਂ ਕੋਈ ਸੜਕਾਂ 'ਤੇ ਸੀ, ਉਹਨਾਂ ਦਾ ਵੀ ਇਹਨਾਂ ਨੇ ਪ੍ਰਬੰਧ ਕੀਤਾ। ਤੇ ਇਹੀ ਵਿਚਾਰਨਾ ਜਿੱਦਾਂ ਹੁਣ ਤੁਸੀਂ ਇਹ ਗੱਲ ਕਰਦੇ, ਸੋਰੀ ਮੈਂ ਤੁਹਾਡੀ ਗੱਲ ਟੁੱਕੀ ਆ, ਵੀ ਅਸੀਂ ਉਹ ਦਿਨ ਭੁੱਖੇ ਦੇਖੇ ਆ। ਜਦੋਂ ਅਸੀਂ ਰੋਡ ਤੇ ਕਿਸੇ ਨੂੰ ਦੇਖਦੇ ਨਾ, ਕਿਸੇ ਕੋਲ ਹੈ ਨਹੀਂਗਾ ਖਾਣ ਨੂੰ, ਤਾਂ ਆਪਣੇ ਦਿਨ ਚੇਤੇ ਆ ਜਾਂਦੇ ਆ। ਉਹ ਤਾਂ ਦਿਲ ਕਰਦਾ ਕਿ ਚੱਕ ਕੇ ਘਰ ਨੂੰ ਲੈ ਜਾਈਏ, ਯਾਰ ਸਾਡਾ ਵੀਰ ਇੱਦਾਂ ਕਾਹਤੇ ਆ ਨਾ, ਕਿਉਂ ਅਸੀਂ ਉਹ ਹਾਲਾਤ ਦੇਖੇ ਆ। ਅਸੀਂ ਬਿਲਕੁਲ ਥੱਲੇ ਜ਼ਮੀਨ ਤੋਂ ਲੈ ਕੇ ਅੱਜ ਵਾਹਿਗੁਰੂ ਦੀ ਕਿਰਪਾ ਕਿਤੇ ਰੋਟੀ ਜੋਗੇ ਹੋਏ ਆ। ਵਾਹਿਗੁਰੂ। ਤੇ ਤਾਂ ਹੀ ਜਦੋਂ ਅਸੀਂ ਵੀਰ ਖਾਲਸਾ ਗਰੁੱਪ ਦੇ ਨਾਲ ਮੈਂ ਤੁਹਾਡੇ ਨਾਲ ਜੁੜਿਆ, ਦੇਖਿਆ ਸੇਵਾ ਕਰਦੇ, ਅਸੀਂ ਇਹੀ ਸੋਚਦੇ ਹਾਂ ਕਿ ਸਾਡਾ ਵੀਰ ਕੋਈ ਸੜਕ 'ਤੇ ਨਾ ਸੌਵੇ, ਸਾਡਾ ਵੀਰ ਕੋਈ ਭੁੱਖਾ ਨਾ ਰਵੇ। ਕਿਉਂ ਅਸੀਂ ਉਹ ਦਿਨ ਦੇਖੇ ਆ ਵਾਹਿਗੁਰੂ, ਉਹ ਦਿਨ ਦੇਖੇ ਕਰਕੇ ਤਾਂ ਮਨ ਨੂੰ ਬੜੀ ਠੇਸ ਲੱਗਦੀ ਆ ਕਿ ਵੀਰ ਸਾਡਾ ਕੋਈ ਦੁਖੀ ਨਾ ਹੋ। ਇਸ ਕਰਕੇ ਅਸੀਂ ਸੇਵਾ ਨੂੰ ਤੁਹਾਡੇ ਨਾਲ ਜੁੜੇ ਹਾਂ, ਜਿੱਥੇ ਵੀ ਹੈਗੇ ਅਸੀਂ ਨਾਲ ਸੇਵਾ ਦੇ ਨਾਲ ਪ੍ਰਮਾਤਮਾ ਨੇ ਇਹੋ ਜਿਹੇ ਰੰਗ ਲਾਏ ਆ। ਅੱਜ ਇਹਨਾਂ ਦੇ ਇੱਥੇ ਸਟੋਰ ਆ, ਤੇ ਸਟੋਰ ਦੇ ਵਿੱਚੋਂ ਜਿਹੜੀ ਕਿਰਤ ਕਮਾਈ ਵਿੱਚੋਂ ਦਸਬੰਧ ਨਿਕਲਦਾ, ਉਹਦੇ ਵਿੱਚੋਂ ਬਹੁਤ ਸਾਰਾ ਦਸਬੰਧ ਜਿਹੜਾ ਵਾ ਉਹ ਲੋੜਵੰਦਾਂ ਲਈ ਜਾਂਦਾ। ਇੰਡੀਆ ਜਾਂਦਾ, ਇੱਥੇ ਵੀ ਜਾਂਦਾ ਆ, ਹੋਰ ਵੀ ਪਰਿਵਾਰਾਂ ਨੂੰ ਦਿੱਤਾ ਜਾਂਦਾ ਆ, ਹੋਰ ਵੀ ਇੱਥੇ ਯੋਗਦਾਨ ਵੀ ਪਾ ਰਹੇ ਆ। ਤੇ ਨਾਲ ਕਿੰਨੇ ਆਪਣੇ ਸਟੋਰ ਆ, ਕਿੰਨੇ ਕੁ ਇੱਥੇ ਜਿਹੜੇ ਸਟੋਰ ਬਣਾਏ ਹੋਏ ਆਪਣੇ? ਹਾਂਜੀ ਵਾਹਿਗੁਰੂ। ਪਹਿਲਾਂ ਤਾਂ ਸਟੋਰ ਜਿੱਦਾਂ ਪਹਿਲਾਂ ਤਾਂ ਅਸੀਂ ਨੌਕਰੀ ਕਰ ਦਿੰਦੇ ਸੀ, ਹੁਣ ਆਦੇ ਸਟੋਰ ਤਾਂ ਨਹੀਂ ਬਣੇ। ਜਿੱਦਾਂ ਹੁਣ ਮੰਨ ਲਓ 2006 'ਚ ਪਹੁੰਚੇ ਸੀ ਤੇ ਹੁਣ 2020 ਚੱਲਦਾ, 14 ਸਾਲ ਹੋ ਗਏ। ਪਹਿਲਾਂ ਤਾਂ 8 ਸਾਲ ਨੌਕਰੀ ਕੀਤੀ ਹੈ ਜੀ। ਇੰਡੀਆ ਨੂੰ ਤਾਂ ਗਏ ਨਹੀਂ ਅਸੀਂ। ਮੈਨੂੰ ਅੱਜ 15 ਸਾਲ ਹੋ ਗਏ। ਮੈਂ 4 ਮਹੀਨੇ ਇੰਡੀਆ ਗਿਆ, 15 ਸਾਲਾਂ 'ਚ 4 ਮਹੀਨੇ ਇੰਡੀਆ। ਤੇ ਉਸ ਤੋਂ ਬਾਅਦ ਸਟੋਰ ਦੀ ਗੱਲ ਕਰਦੇ, ਪਹਿਲਾਂ ਅਸੀਂ 8 ਸਾਲ ਇੱਕੋ ਮਾਲਕ ਕੋਲ ਕੰਮ ਕੀਤਾ। ਜਦੋਂ ਇੱਕੋ ਮਾਲਕ ਕੋਲ ਕੰਮ ਕੀਤਾ, ਪਰ ਵਧੀਆ ਤਰੀਕੇ ਦੇ ਨਾਲ, ਢੰਗ ਦੇ ਨਾਲ ਕੰਮ ਸਿੱਖਿਆ, ਉਹਨਾਂ ਦੇ ਨਾਲ ਕੰਮ ਕੀਤਾ, ਸਾਰਾ ਕੁਝ ਕੀਤਾ। ਤੇ ਉਸ ਤੋਂ ਬਾਅਦ ਜਿੱਦਾਂ ਸਾਨੂੰ ਜਿਹਦੀ ਟ੍ਰੇਨਿੰਗ ਜੀ ਹੋ ਗਈ ਸਾਰੀ ਹੈ ਨਾ ਕੰਮ ਦੀ, ਵੀ ਕਿੱਦਾਂ ਕਰਦੇ। ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ 4 ਸਟੋਰ ਆ। ਠੀਕ ਹੈ ਜੀ। ਤੇ ਕਿੰਨੇ ਆਪਣੇ ਕੋਲ ਪੰਜਾਬੀ ਜਾਂ ਕਿੰਨੇ ਕੰਮ ਕਰਦੇ ਲੋਕ? ਸਾਡੇ ਕੋਲ ਇਸ ਵੇਲੇ ਭਾਜੀ 12 ਮੁੰਡੇ ਕੰਮ ਕਰਦੇ। 12 ਵਰਕਰ ਨਹੀਂ ਕਰਦੇ, ਸਾਡੇ ਭਰਾ ਹੀ ਆ। ਹਾਂਜੀ। ਜਦੋਂ ਅਸੀਂ ਉਹਨਾਂ ਨਾਲ ਗੱਲ ਕਰੀ ਦੀ, ਉਹਨਾਂ ਨੂੰ ਗਲੇ ਲਾਈਦਾ ਕਿ ਵੀਰੋ ਦੇਖੋ ਮਿਹਨਤ ਕਰੋ, ਦੇਖੋ ਅਸੀਂ ਕਿੱਥੋਂ ਤੋਂ ਕਿੱਥੇ ਤੱਕ ਪਹੁੰਚੇ ਹਾਂ। ਜੇ ਜਿੰਨੇ ਸਾਡਾ ਭਰਾ ਜਿਹੜਾ ਇੱਥੇ ਆਉਂਦਾ ਨਾ, ਇੱਦਾਂ ਨਹੀਂ ਵੀ 1 ਸਾਲ ਦੇ ਵਿੱਚ ਰਿਹਾ ਤੇ ਅਸੀਂ ਬਹੁਤ ਵੱਡੇ ਬਣ ਜਾਣਾ। ਇਹਨੂੰ ਟਾਈਮ ਦੇਣਾ ਪੈਂਦਾ। ਕਿਸੇ ਵੀ ਚੀਜ਼ ਨੂੰ ਤੁਸੀਂ ਟਾਈਮ ਦਿਓਗੇ, ਕੰਮ ਨੂੰ ਕੰਮ ਸਮਝੋਗੇ, ਸਮਾਂ ਦਿਓਗੇ, ਤਾਂ ਹੀ ਤੁਸੀਂ ਤਰੱਕੀ ਕਰੋਗੇ। ਪਹਿਲੇ ਨੰਬਰ 'ਤੇ ਮਿਹਨਤ ਆਉਂਦੀ ਹੈ। ਤੁਸੀਂ 10-9 ਦੀ ਮਿਹਨਤ ਕਰੋ, ਮਿਹਨਤ ਦੇ ਵਿੱਚ ਵਾਹਿਗੁਰੂ ਬਰਕਤ ਪਾਉਂਦਾ। ਕਿੱਥੇ ਧੱਕੇ ਖਾਣੇ ਪੰਜਾਬ ਤੋਂ ਇੱਥੇ ਤੱਕ ਸੋਚ ਲਿਆ ਸੀ ਕਿ ਮੌਤ ਵੀ ਹੋ ਜਾਵੇ ਉਹੀ ਬੈਟਰ ਆ, ਕਿਉਂਕਿ ਇੰਨਾ ਪੈਸਾ ਖਰਾਬ ਹੋ ਚੁੱਕਾ ਸੀਗਾ, ਧੱਕੇ ਖਾਦੇ ਆ। ਧੱਕੇ ਖਾਣ ਤੋਂ ਬਾਅਦ ਪਰ ਫਿਰ ਵੀ ਹਿੰਮਤ ਨਹੀਂ ਹਾਰੀ। ਅੱਜ ਉਹ ਹਿੰਮਤ ਜਿਹੜੀ ਆ ਰੰਗ ਲਿਆਈ ਆ। ਇੱਥੇ ਆ ਕੇ ਇਹਨਾਂ ਨੇ ਆਪਣਾ ਕਰੋੜਾਂ ਰੁਪਈਆਂ ਦਾ ਜਿਹੜਾ ਬਿਜ਼ਨਸ ਆ ਜਿਹੜਾ ਇਹਨਾਂ ਦਾ ਚੱਲ ਰਿਹਾ, ਤੇ ਨਾਲ ਹੋਰ ਲੋੜਵੰਦਾਂ ਨੂੰ ਇਹਨਾਂ ਦਾ ਜਿਹੜਾ ਯੋਗਦਾਨ ਚੱਲ ਰਿਹਾ, ਜਿਹਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਵੀਰ ਆ ਜਿਹੜੇ ਨਾਲ ਕੰਮ ਕਰਦੇ ਆ। ਨਾਲ ਰਣਜੀਤ ਸਿੰਘ ਸਿੱਧੂ ਪਿੰਡ ਸਿੱਧਵਾਂ ਦੋਨਾਂ ਤੋਂ, ਜਿਹੜੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਦੋਨੇ ਜਣੇ ਕੰਮ ਕਰਦੇ ਆ। ਤੇ ਬਹੁਤ ਹੀ ਵਧੀਆ ਸ਼ਖਸੀਅਤ ਆ। ਤੇ ਦੋਨੇ ਭਰਾ ਜਿਹੜੇ ਆ ਰਲ ਮਿਲ ਕੇ ਕਾਫੀ ਟਾਈਮ ਤੋਂ ਮੈਂ ਇਹਨਾਂ ਨੂੰ ਦੇਖਦਾ ਆ, ਕਾਫੀ ਰਲ ਕੇ ਦੋਨੇ ਜਣੇ ਆਪਸ ਵਿੱਚ ਬੜੀ ਤਾਲਮੇਲ ਬਣਾ ਕੇ ਜਿਹੜਾ ਕੰਮ ਕਰ ਰਹੇ ਆ। ਤੇ ਬਹੁਤ ਖੁਸ਼ੀ ਹੁੰਦੀ ਆ ਕਿ ਪੰਜਾਬ ਤੋਂ 1 ਰੁਪਈਆ ਨਹੀਂ ਲੈ ਕੇ ਆਏ, ਕਿਉਂਕਿ ਬਹੁਤ ਵਾਰੀ ਕਹਿੰਦਾ ਬੇਰੁਜ਼ਗਾਰੀ
ਇੱਥੋਂ ਪਤਾ ਲੱਗਦਾ ਵਾ 1 ਰੁਪਈਆ ਨਹੀਂ ਲਿਆਂਦਾ ਤੇ ਇੱਥੇ ਆ ਕੇ ਸਾਰਾ ਕੁਝ ਬਣਾਇਆ। ਕਰੋੜਾਂ ਰੁਪਈਆਂ ਦਾ ਬਿਜ਼ਨਸ ਜਿਹੜਾ ਵਾ ਉਹ ਕੰਮ ਕਰਕੇ, ਹੱਥੀਂ ਮਿਹਨਤ ਕਰਕੇ, 24 ਘੰਟੇ ਕੰਮ ਕਰਕੇ ਜਿਹੜਾ ਉਹ ਇੱਥੇ ਤੱਕ ਪਹੁੰਚਣਾ ਬਹੁਤ ਹੀ ਤਾਰੀਫ ਗੱਲ ਆ ਜੀ। ਤੇ ਮੈਂ ਪੰਜਾਬੀਆਂ ਨੂੰ ਖਾਸ ਕਰਕੇ ਬੇਨਤੀ ਕਰੂੰਗਾ, ਵੀਰਾਂ ਨੂੰ ਜਿਹੜੇ ਅੱਜ ਕੱਲ੍ਹ ਨਸ਼ੇ ਪੱਤੇ ਤੇ ਲੱਗੇ ਆ, ਕਿ ਤੁਸੀਂ ਵੀ ਇੱਕ ਇਹੋ ਜਿਹੇ ਵੀਰ ਵਰਗੀ ਸੋਚ ਰੱਖੋ ਤੇ ਇਹੋ ਜਿਹੇ ਕੰਮ ਕਰੋ ਕਿ ਕਿਉਂਕਿ ਮੁਸ਼ਕਿਲ ਕੋਈ ਵੀ ਆ ਸਕਦੀ ਆ, ਪਰ ਤਰੱਕੀ ਹਰ ਇੱਕ ਇਨਸਾਨ ਕਰ ਸਕਦਾ ਜ਼ਿੰਦਗੀ ਦੇ ਵਿੱਚ। ਤੇ ਕੁਛ ਬਸ ਜੀ ਕਹਿਣਾ ਤਾਂ ਇਹੀ ਆ ਜੀ ਕਿ ਮਿਹਨਤ ਕਰੋ। ਜੇ ਤੁਸੀਂ ਮਿਹਨਤ ਕਰੋਗੇ ਨਾ ਤਾਂ ਸਾਰਾ ਕੁਝ ਹੈ ਜੀ। ਤੇ ਦੇਖੋ ਅਸੀਂ ਕਿੱਥੋਂ ਤੋਂ ਕਿੱਥੇ ਤੱਕ ਪਹੁੰਚੇ ਆ, ਪਰ ਮਿਹਨਤ ਕਰਾਂਗੇ ਤਾਂ ਵਾਹਿਗੁਰੂ ਸਾਰਾ ਹੀ ਕੁਝ ਹੋਣਾ। ਤੇ ਆਪਾਂ ਆਉਣ ਵਾਲੇ ਨੌਜਵਾਨਾਂ ਨੂੰ ਇਹੀ ਗੱਲ ਕਹਿੰਦੇ ਆ, ਦੇਖੋ ਹੁਣ ਤਾਂ ਬਹੁਤ ਈਜ਼ੀ ਆ, ਸਿੱਧੇ ਵੀਜ਼ਿਆਂ ਤੇ ਆ ਰਿਹਾ ਸਾਰਾ ਕੁਝ। ਹੁਣ ਤਾਂ ਡੋਂਕੀ ਵਾਲਾ ਤੁਹਾਨੂੰ ਪਤਾ ਹੀ ਆ, ਤੁਸੀਂ ਜਾਣਦੇ ਹੋ ਅੱਜ ਤੋਂ ਮੇਰਾ ਗੱਲ 5 ਸਾਲ ਪਹਿਲਾਂ ਹੀ ਖਤਮ ਹੋ ਗਿਆ ਕੰਮ, ਪੇ ਡੋਂਕੀ ਵਾਲਾ ਕੰਮ ਹੀ ਨਹੀਂ। ਹੁਣ ਤਾਂ ਸਿੱਧਾ ਵੀਜ਼ਾ ਲੱਗਦਾ ਤੇ ਸਿੱਧੇ ਚੜ੍ਹ ਜਾਂਦੇ, ਪਰ ਬੰਦੇ ਆ ਕੇ ਇੱਥੇ ਹੌਸਲਾ ਛੱਡ ਦਿੰਦੇ। ਹੌਸਲਾ ਕਦੇ ਨਹੀਂ ਛੱਡਣਾ, ਹੌਸਲਾ ਕਦੇ ਨਹੀਂ ਛੱਡਣਾ। ਮਿਹਨਤ ਕਰਨੀ ਆ ਤੇ ਵਾਹਿਗੁਰੂ ਦਾ ਨਾਮ ਲੈਣਾ ਤੇ ਵਾਹਿਗੁਰੂ ਆਪੇ ਤਰੱਕੀ ਕਰੂਗਾ। ਸਿਰਫ ਮਿਹਨਤ ਪਹਿਲਾਂ ਜ਼ਰੂਰੀ ਆ ਵਾਹਿਗੁਰੂ। ਠੀਕ ਹੈ ਜੀ, ਧੰਨਵਾਦ ਤੁਹਾਡਾ ਸਾਰਿਆਂ ਦਾ। ਨੈਕਸਟ ਡੇ ਅਗਲੇ ਦਿਨ ਕਿਸੇ ਹੋਰ ਵੀਰ ਨਾਲ ਕਰਾਂਗੇ ਮੁਲਾਕਾਤ। ਪੰਜਾਬੀ ਲੋਕ ਚੈਨਲ ਤੇ ਅਮਰੀਕ ਸਿੰਘ ਸਪੇਨ, ਜਿਰੋਨਾ ਤੋਂ।